ਫੈਜ਼ਾ ਬੇਗਮ ਤੇ ਨਿਦਾ ਇਹ ਦੋਵੇਂ ਮਾਂ ਤੇ ਧੀ ਉਹ ਲਕਮਾਨ ਦੀਆਂ ਬੇਟੀਆਂ। ਇਹ ਸ਼ੈਂਡੀ ਸ਼ਾਹ ਜਿਹੜਾ ਵੇ ਇਹਨਾਂ ਦੋਵਾਂ ਨਾਲ ਪਾਉਂਦਾ ਰਿਹਾ ਕੰਮ ਸ਼ਮ। ਜੀ ਉਹ ਆਪਣੇ ਮੂੰਹੋਂ ਕਹਿੰਦੀ ਹੈ ਵੀ ਅਸਲਾਮ ਵਾਲੇਕੁਮ ਮੁਫਤੀ ਸਾਹਿਬ। ਜਿਹੜੀ ਹੈ ਉਹ ਮਿਰਜ਼ੇ ਤਾਹਰ ਦੀ ਧੀ ਹੈ। ਇੱਕ ਸੈਕਿੰਡ ਰੁਕੋ। ਕਾਸਮ ਭਾਈ ਇਹ ਤੁਸੀਂ ਸੁਣਿਆ ਨਹੀਂ ਹੈ? ਕਾਸਮ ਜੱਟ ਸਾਹਿਬ ਚੋਈ ਸਾਹਿਬ ਜ਼ਰਾ ਇੱਕ ਮਿੰਟ ਮੈਨੂੰ ਦਈਓ, 1 ਮਿੰਟ ਮੈਨੂੰ ਦਈਓ। ਇਹ ਸੁਣੋ ਜ਼ਰਾ ਕੀ ਕਹਿੰਦੀ है पियो। क्या पता अगर मेरे पास अभी होती मैं दुनिया के सबसे आम काना बंदा हूँ जिसको आपसे मोहब्बत होती है ना, वाकई कसम से अगर इस वक्त मेरे पास होती ना तुम। नहीं मैं 10 फुट के फासले से बैठी होती। नहीं जनाब, तुम्हारे अंदर होता सब कुछ इस वक्त। मेरे से प्यार करते हैं? हाँ। अपने अम्मी को तो नहीं कभी आई लव यू का? की कहती है भाई, कहती है भाई कि मेरे ਨਾਲ ਤੇ ਤੂੰ ਕਰਨਾ ਹੀ ਕਰਨਾ ਵੇਂ, ਪਰ ਅੰਮੀ ਨੂੰ ਤੇ ਨਹੀਂ ਕਦੀ ਤੂੰ ਆਈ ਲਵ ਯੂ ਕਿਹਾ। ਜੇ ਅਗਲੀ ਉਹਦੀ ਮੈਂ ਆਡੀਓ ਸੁਣਾਵਾਂ ਤੇ ਤੁਹਾਡੇ ਕੰਨ ਖੁੱਲ ਜਾਣਾ ਕਿ ਉਹ ਕਹਿੰਦਾ ਨਹੀਂ ਮੈਂ ਉਹਨੂੰ ਪਿਆਰ ਸ਼ਿਆਰ ਨਹੀਂ ਕੀਤਾ, ਬਸ ਫਿਜ਼ੀਕਲੀ ਸਾਂ ਮੈਂ ਉਹਦੇ ਨਾਲ। ਅੱਛਾ ਸ਼ਾਇਦ ਭਾਈ ਨਾ ਸ਼ਾਇਦ ਭਾਈ ਨਾ ਉਸਤਾਦ ਜੀ ਆ ਗਏ ਨੇ ਤੇ ਹੁਣ ਜੀ ਥੋੜਾ ਜਿਹਾ ਟੌਪਿਕ ਚੇਂਜ ਕਰ ਦਈਏ। ਮੁਫਤੀ ਸਾਹਿਬ अस्सलाम वालेकुम सर। जी वालेकुम अस्सलाम व रहमतुल्लाह। हाँ जी, कोई कादियानी नहीं आया कोई? बस मुफ्ती साहब थल्ले बह के अपनी भैन पेश करने ने ਸਾਹਿਬ। ਮੈਂ ਤੁਸੀਂ ਵੀ ਉਧਰ ਹੈ ਸੋ ਸ਼ਾਇਦ ਮੈਂ ਇਹਨਾਂ ਨੂੰ ਪੁੱਛਿਆ ਕਿ ਸਾਲ ਜਿਹੜਾ ਤੁਸੀਂ ਵਿਆਹ ਨਹੀਂ ਹੋਣ ਦਿੰਦੇ, ਕੁੜੀ ਨੂੰ ਜ਼ਨਾਹ ਤੇ ਲਾੜਦੇ ਹੋ, ਨਿਕਾਹ ਰੋਕ ਛੱਡਦੇ ਹੋ, ਕਦੀ ਕੋਈ ਕਾਦੀਆਨੀ ਤੁਹਾਨੂੰ ਟੱਕਰੇ ਤੇ ਉਹਨੂੰ ਪੁੱਛਿਓ ਪਲੀਜ਼। ਤੁਹਾਡੇ ਨਾਲ ਗੱਲ ਕਰਦੇ ਰਹਿੰਦੇ ਨੇ, ਮੇਰੇ ਨਾਲ ਤੇ ਕੋਈ ਗਾਲੋ ਗਾਲੀ ਹੋ ਜਾਂਦੇ ਨੇ। ਬਸ ਮੈਂ ਤੁਹਾਨੂੰ ਨਾ ਵੇਂਦਾ ਸੀ ਪਿਆ, ਤੁਸੀਂ ਹੁਸੈਨੀ ਦੀ ਬਰਾੜ ਤੇ ਸੋ ਤੇ ਹੁਸੈਨੀ ਤੁਹਾਡੇ ਨਾਲ ਗੇਮ ਕਰ ਰਿਹਾ ਸੀ, ਤੁਸੀਂ ਉਹਨੂੰ ਕਾਦੀਆਨੀਅਤ ਦੇ ਟਾਪਿਕ ਦੇ ਉੱਤੇ ਲੈ ਕੇ ਆ ਰਹੇ ਹੋ। ਉਹ ਜਾਨ ਛੁਡਾ ਰਿਹਾ ਹੈ ਤੇ ਕਦੀ ਉੱਧਰ ਜਾ ਰਿਹਾ ਕਦੀ ਉੱਧਰ ਜਾ ਰਿਹਾ ਹੈ। ਫਿਰ ਜ਼ਾਹਿਦ ਭਾਈ ਆਏ, ਉਹਨਾਂ ਨੇ ਆ ਕੇ ਕਿਹਾ ਕਿ ਹੁਸੈਨੀ ਸਾਹਿਬ ਤੁਸੀਂ ਵਿੱਚ ਮੋਡੀਰੇਟਰ ਬਣੋ, ਤੁਸੀਂ ਡਿਬੇਟ ਤੇ ਨਾ ਕਰੋ। ਕਾਦੀਆਨੀਅਤ 3 ਕਾਦੀਆਨੀ ਬੈਠੇ ਨੇ ਤੇ ਉਹਨਾਂ ਨਾਲ ਚੌਧਰੀ ਸਾਹਿਬ ਦੀ ਡਿਬੇਟ ਕਰਾਓ, ਤੇ ਉਹ ਫਿਰ ਉਹਦੀ ਤਰਫ ਵੀ ਨਹੀਂ ਆਇਆ। ਫਿਰ ਜਨਾਬ ਇੱਕ ਬੇਵਕੂਫ ਜਿਹਾ ਇੱਕ ਉਹ ਨਾਤ ਖਾਂ ਵਿੱਚ ਆ ਗਿਆ ਜੀ, ਮੈਂ ਨਾਤ ਪੜ੍ਹਨੀ ਹੈ ਜੀ। ਹਾਲਾਂਕਿ ਉਹ ਮੈਨੂੰ ਹੁਣ ਉਹਦੇ ਉੱਤੇ ਵੀ ਸ਼ੱਕ, ਮੈਂ ਉਹਦੀ ਨਾ ਸਾਰੀ ਆਈਡੀ ਚੈੱਕ ਕਰ ਰਿਹਾ ਕਿ ਬੰਦਾ ਕੌਣ ਹੈ। ਤੇ ਵੱਲਾਹੁ ਆਲਮ ਕੀ ਡਰਾਮੇ ਕਰਦੇ ਨੇ। ਮੌਜ਼ੂ ਨੂੰ ਬਦਲਣ ਵਾਸਤੇ ਇਹ ਵਿੱਚ ਨਾਤਾਂ ਸ਼ੁਰੂ ਕਰਦੇ। ਹਾਲਾਂਕਿ ਨਾਤ ਦਾ ਉਹ ਮੌਕਾ ਤੇ ਨਹੀਂ ਹੈ, ਸਾਹਮਣੇ ਕਾਦੀਆਨੀ ਬੈਠੇ ਨੇ, ਕਾਦੀਆਨੀਆਂ ਦੇ ਸਾਹਮਣੇ ਤੇ ਨਹੀਂ ਅਸੀਂ ਨਾਤਾਂ ਪੜ੍ਹਨੀਆਂ। ਉਹ ਅਗਰ ਵਾਹ ਵਾਹ ਤੇ ਸੁਭਾਨ ਅੱਲਾ ਕਹਿੰਦੇ ਨੇ, ਉਹਦੇ ਤੋਂ ਮੁਰਾਦ ਮੁਹੰਮਦ ਤੋਂ ਮੁਰਾਦ ਤੇ ਉਹ ਮਿਰਜ਼ੇ ਕਾਦੀਆਨੀ ਨੂੰ ਲੈਂਦੇ ਨੇ। ਤੁਸੀਂ ਉੱਥੇ ਨਾਤਾਂ ਪੜ੍ਹਦੇ ਹੋ, ਉਹ ਤੇ ਖੁਸ਼ ਹੋਣਗੇ ਤੇ ਉਹ ਵਾਹ ਵਾਹ ਵੀ ਕਹਿਣਗੇ। ਤੇ 2 ਨੁਕਸਾਨ ਹੋਣਗੇ। ਪਹਿਲਾ ਨੁਕਸਾਨ ਤੇ ਹੈ ਕਿ ਜਿਹੜੀ ਥੱਲੇ ਆਵਾਮ ਬੈਠੀ ਏ ਉਹ ਜਨਾਬ ਸ਼ਸ਼ੋ ਪੰਜ ਪੈ ਜਾਏਗੀ ਕਿ ਇਹ ਤੇ ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਰੀਫ ਸੁਣ ਕੇ ਬੜੇ ਖੁਸ਼ ਹੁੰਦੇ ਨੇ। ਦੂਸਰਾ ਨੁਕਸਾਨ ਇਹ ਵੇ ਕਿ ਜਨਾਬ ਉਹ ਖਲਤੇ ਮਬਸ ਹੋ ਜਾਂਦਾ, ਮੌਜੂ ਤੋਂ ਹਟਾਉਣ ਦੀ ਇੱਕ ਸਾਜ਼ਿਸ਼ ਹੁੰਦੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ। ਲੇਕਿਨ ਮੁਫਤੀ ਸਾਹਿਬ ਤੁਹਾਨੂੰ ਪਤਾ ਹੋਣਾ, ਲੇਕਿਨ ਮੈਂ ਵੈਸੇ ਕਨਫਰਮ ਕਰ ਰਿਹਾ, ਤੁਹਾਨੂੰ ਇਹ ਪਤਾ ਨਾ ਕਿ ਅਗਰ ਕਿਸੇ ਆਮ ਦੀ ਜਾਂ ਕਾਦੀਆਨੀ ਜਾਂ ਮਰਜ਼ਈ ਜੋ ਵੀ ਇਹਨਾਂ ਨੇ ਨਾਂ ਇਹਨਾਂ ਨੂੰ ਲੱਗਦਾ ਹੈ, ਇਹਨਾਂ ਨੇ ਅਗਰ ਕੋਈ ਸ਼ਾਦੀ ਕਰਨੀ ਹੋਏ ਕਿਸੇ ਕਾਦੀਆਨੀ ਨੇ ਨਾਨ ਕਾਦੀਆਨੀ ਨਾਲ, ਤੇ ਸਾਲ ਉਹ ਬੰਦਾ ਪਹਿਲੋਂ ਤੇ ਉਹ ਕਾਦੀਆਨੀ ਮਲੰਗ ਜਾਂ ਮਲੰਗਣੀ ਬਣੇ, ਸਾਲ ਉਹ ਚੰਦਾ ਦੇ, ਫਿਰ ਮੁਕਾਮੀ ਅਹੁਦੇਦਾਰ ਜਿਹੜੇ ਪਿੰਡ ਜਾਂ ਸ਼ਹਿਰ ਦੇ ਵਿੱਚ ਉਹ ਕਾਦੀਆਨੀ ਮਲੰਗ ਬਣਿਆ, ਉਹਨੇ ਕਾਦੀਆਨੀਅਤ ਕਬੂਲ ਕੀਤੀ ਹੈ, ਉੱਥੇ ਉਹ ਮੁਕਾਮੀ ਅਹੁਦੇਦਾਰ ਸਾਲ ਬਾਅਦ ਰਿਪੋਰਟ ਦੇ ਕੇ ਹਾਂਜੀ ਇਹ ਜਿਹੜਾ ਬੰਦਾ ਇਹ ਨਵਾਂ ਮਲੰਗ ਬਣਾਇਆ ਸਾਂ ਜਾਂ ਮਲੰਗਣੀ ਬਣਾਈ ਹੈ, ਪੈਸੇ ਨੇ ਪੂਰੇ ਦਿੱਤੇ ਨੇ ਤੇ ਮੇਰੇ ਵੱਲੋਂ ਰਿਪੋਰਟ ਓਕੇ ਵੇ ਤੇ ਹੁਣ ਇਹਦਾ ਵਿਆਹ ਹੋਣ ਦਿਓ। ਇਸ ਗੱਲ ਦਾ ਤੁਹਾਨੂੰ ਪਤਾ ਨਾ ਕਿ ਜਮਾਤ ਦੀ ਸ਼ਰਤ ਹੈ। ਜੀ ਹਾਂ ਜੀ ਹਾਂ ਜੀ ਹਾਂਜੀ। ਮੇਰਾ ਸਵਾਲ ਸਾਦਾ ਜਿਹਾ ਇਹਨਾਂ ਨਾਲ ਇਹ ਸੀ ਤੇ ਤੁਹਾਡੇ ਅੱਗੇ ਵੀ ਇੱਕ ਵਾਸਤਾ ਹੈ ਕਿ ਤੁਹਾਡੇ ਨਾਲ ਚੂੰਕਿ ਰੋਜ਼ ਇਹ ਗੱਲ ਕਰਦੇ ਨੇ, ਇਹਨਾਂ ਨੂੰ ਪੁੱਛੋ ਕਿ ਯਾਰ ਫਿਰ ਇਹ ਲਿਖਦੇ ਨੇ
अहमदियत रियल इस्लाम और दूसरा लिखते ने आमदिया जमात हकीकी इस्लाम। रियल इस्लाम या हकीकी इस्लाम सेम ही लफज है, लेकिन उर्दू च ਉਹਨੂੰ ਹਕੀਕੀ ਤੇ ਇੰਗਲਿਸ਼ ਚ ਰੀਅਲ। ਹਕੀਕੀ ਇਸਲਾਮ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ। ਇਹ ਜਿਹੜਾ ਇਹਨਾਂ ਨੇ ਸਾਲ ਪੈਸੇ ਲੈ ਕੇ ਤੇ ਨਿਕਾਹ ਰੋਕੀ ਰੱਖਦੇ ਨੇ, ਇਹ ਤੇ ਖੁੱਲਾ ਖੁੱਲਾ ਮਲੰਗਣੀ ਜ਼ਰਾਤ ਲਾਉਣ ਵਾਲੀ ਗੱਲ ਹੈ। ਕੁੜੀ ਨੂੰ ਜਿਹਦਾ ਵਿਆਹ ਨਾ ਹੋਣ ਦਿਓਗੇ ਕੁੜੀ ਮੁੰਡੇ ਦਾ, ਉਹ ਫਿਰ ਚੁੱਪ ਛੁਪਾ ਕੇ ਇਹ ਕੰਮ ਕਰਨਗੇ। ਸਾਲ ਦੋ ਉਂਝ ਹੀ ਲੱਗ ਜਾਣ ਉਹਨਾਂ ਦੇ। ਇਸਲਾਮ ਦੀ ਤਲੀਮ ਤਾਂ ਨਾ ਹੋਈ। ਤੇ ਇਹਨਾਂ ਨੂੰ ਕਦੇ ਆਉਣ ਤੇ ਇਹਨਾਂ ਨੂੰ ਪੁੱਛਿਆ ਕਰੋ। ਮੇਰਾ ਤੇ ਇਹ ਤਰਲਾ ਤੁਹਾਡੇ ਅੱਗੇ। ਜੀ ਬਿਲਕੁਲ, ਉਹ ਤੇ ਕੋਈ ਸਾਹਮਣੇ ਆਏ ਤੇ ਫਿਰ ਪੁੱਛੀਏ ਨਾ ਜੀ, ਸਾਹਮਣੇ ਆਣ ਹੀ ਨਾ ਤੇ ਬੰਦਾ ਪੁੱਛੇ ਕੀ। ਇਹ ਵੀ ਗੱਲ ਸਹੀ ਹੈ। ਸਾਹਮਣੇ ਨਾ ਆਉਣ। ਉਹ ਵੇਖੋ ਨਾ, ਜਿਵੇਂ ਅੱਜ ਉਹ ਕਿੰਜ ਮੌਜੂ ਨੂੰ ਡਿਵਰਟ ਕੀਤਾ ਹੈ ਔਰ ਕਿਸ ਤਰੀਕੇ ਨਾਲ ਉਹ ਕਾਦੀਆਨੀਆਂ ਨੂੰ ਬਚਾ ਕੇ ਹੁਸੈਨੀ ਸਾਹਿਬ ਲੈ ਗਏ ਨੇ। ਉਹਨਾਂ ਨੇ ਇੱਥੋਂ ਤੱਕ ਨੌਬਤ ਹੀ ਨਹੀਂ ਆਉਣ ਦਿੱਤੀ ਕਿ ਤੁਸੀਂ ਕਾਦੀਆਨੀਆਂ ਤੱਕ ਪਹੁੰਚ ਸਕੋ। बिल्कुल। ਨਹੀਂ ਦੁਬਾਰਾ ਉਹ ਹੋਈ। ਹੈ ਇਹ ਨਾ ਕਿ ਬਈ ਦੇਖੋ ਸਰ, मुफ्ती साहब सलाम अलैकुम, इकबाल खान बोल रहे हैं। ਹਾਂਜੀ ਮੁਫਤੀ ਸਾਹਿਬ ਮੈਂ ਵਾਲੇकुम अस्सलाम इकबाल साहब, ਕੀ ਹਾਲ ਹੈ? ਆਈਡੀਆਂ ਤੁਹਾਡੀ ਸ਼ੁਕਰ ਹੁੰਦੀਆਂ ਰਹਿੰਦੀਆਂ ਨੇ। नहीं कोई नहीं आएंगे हूँ असलीयत। मैं तस्वीर लाती, मैं क्या पता लगे। मैं चौधरी साहब ने यही दसना सी कि जी हुसैनी साहब की बराड़ जी है ਉਹ ਘੁੰਮ ਘੇਰ ਕੇ ਨਾ ਜੀ ਇਕੱਠੇ ਕਰਕੇ ਫੜਾਉਣ ਦੀ ਆਪਣੀ ਬਰਾੜ ਦੀ ਜਿਹੜੀ ਸ਼ੋਹਰਤ ਹੈ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿਉਂਕਿ ਇੱਕ ਵਾਰੀ ਦੋ ਵਾਰੀ ਮੈਂ ਕਈ ਦਫਾ ਤਜਰਬਾ ਕਰ ਚੁੱਕਿਆ। ਮੈਂ ਉਹਨਾਂ ਦੀ ਬਰਾੜ ਦੇ ਉੱਤੇ ਨਾ ਜੀ ਇੱਕ ਵਾਰੀ ਦਰੂਦ ਪਾਕ ਪੜ੍ਹਿਆ, ਉਹਦੇ ਵਿੱਚ ਨਾਜ਼ ਸ਼ਰੀਫ ਸੀ ਵਿੱਚ, ਅਤੇ ਉਹ 'ਤੇ ਮੈਨੂੰ ਨਹੀਂ ਪਤਾ ਸੀ ਕਿ ਕਿੰਨੇ ਕੁ ਕਾਦੀਆਨੀ ਬੈਠੇ ਨੇ। ਜਿਹੜੇ ਇੱਕ ਸ਼ੇਰ ਆਇਆ ਤਾਂ ਮੈਂ ਕਿਹਾ ਸੁਣ ਲਓ ਹੁਸੈਨੀ ਸਾਹਿਬ, ਜਿਹੜੇ ਕਾਦੀਆਨੀ ਨੇ ਉਹਨਾਂ ਵਾਸਤੇ ਸਪੈਸ਼ਲ ਹੈ। ਜੇ ਦਿਲ ਸੁਣ ਲੈਣਗੇ, ਅਗਰ ਜੇ ਇਸ ਚੀਜ਼ ਨੂੰ ਅਪਣਾ ਲੈਣਗੇ, ਜੇ ਇਸ ਸ਼ੇਰ ਨੂੰ ਸਮਝ ਜਾਣਗੇ, ਤੇ ਇਹਨਾਂ ਦਾ ਨਾ ਜੀ ਕਿਬਲਾ ਜਿਹੜਾ ਚੇਂਜ ਹੋ ਜਾਏਗਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਦਰੂਦ ਪਾਕ ਦੇ ਨਾਤ ਦੇ ਨਾਲ। ਯਕੀਨ ਕਰੋ ਉੱਥੇ ਜਿੰਨੇ ਵੀ ਬੈਠੇ ਸੀ ਸਭ ਨੂੰ ਅੱਗ ਲੱਗ ਗਈ ਸੀ ਕਾਦੀਆਨੀਆਂ ਨੂੰ। ਉਹ ਅਸੀਂ ਕਾਦੀਆਨੀ ਹਾਂ, ਤੂੰ ਸਾਨੂੰ ਇਸ ਤਰ੍ਹਾਂ ਕਹਿੰਦਾ। ਮੈਂ ਕਿਹਾ ਸਬਰ ਕਰੋ, ਮੈਂ ਕਿਹਾ ਆਰਾਮ ਨਾਲ ਬੋਲ ਜ਼ਰਾ, ਸਮਝਿਆ ਨਹੀਂ। ਜਿੱਲੇ ਮੈਂ ਉਹਨਾਂ ਦੀ ਨਾ ਜੀ ਥੱਲੇ ਉੱਤੇ ਕੀਤੀ, ਤੇ ਹੁਸੈਨੀ ਸਾਹਿਬ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਉਹਨਾਂ ਨੂੰ ਕਹਿੰਦੇ ਵੀ ਚੁੱਪ ਕਰਕੇ ਸੁਣ ਤੋਂ ਲਓ ਪਹਿਲੇ ਪੂਰਾ ਸਾਰਾ ਕੁਝ, ਸਮਝਿਆ ਨਹੀਂ। ਮੈਂ ਹੀ ਮੁਫਤੀ ਸਾਹਿਬ ਜਿਹੜੀ ਤੁਸੀਂ ਗੱਲ ਕਹਿੰਦੇ ਉਹ ਐਸੇ ਹੀ ਕਰਦੇ ਨੇ। ਆ ਚੌਧਰੀ ਸਾਹਿਬ ਦੇ ਨਾਲ ਕਈ ਦਫਾ ਮੈਂ 2 ਵਾਰੀ 3 ਵਾਰੀ ਹੁੰਦੇ ਦੇਖਿਆ ਉਹਨਾਂ ਨਾਲ ਡਿਬੇਟ ਕੇ ਇਹਨਾਂ ਨੂੰ ਨਾ ਜੀ, ਹਾਂਜੀ ਕੀ ਤੁਹਾਡਾ ਸਵਾਲ ਹੈ? ਉਹੀ ਸਵਾਲ ਜਿਹੜਾ ਤੁਹਾਡਾ ਪਿਛਲੇ ਸਾਲ ਸਵਾਲ ਸੀ। ਹਾਂਜੀ ਮੇਰਾ ਉਹੀ ਸਵਾਲ ਹੈ। ਇਹਨਾਂ ਨੇ ਕੀਤਾ ਇਹ ਕਰਾਏ ਸਾਰਾ ਕੁਝ, ਜਿਹੜਾ ਵੀ ਹੁਣ ਕੁਛ ਦੱਸ ਕੇ ਹਟੇ ਨੇ ਇਹੀ ਸਾਰਾ ਕੁਛ ਉੱਤੇ ਇਹ ਉਹਨਾਂ ਨੂੰ ਸਵਾਲ ਜਵਾਬ ਕਰਦੇ ਨੇ, ਪਰ ਉਹਨਾਂ ਕੋਲੋਂ ਕੋਈ ਜਵਾਬ ਨਹੀਂ, ਉਹ ਇਹਨਾਂ ਨੂੰ ਦਿੰਦੇ ਕੋਈ ਨਹੀਂ, ਇਹਨਾਂ ਨਾਲ ਗੱਲ ਕੋਈ ਨਹੀਂ ਕਰਦੇ। ਇਹਨਾਂ ਦੇ ਉੱਤੇ ਬਲਕਿ ਚੜ੍ਹਾਈ ਕਰ ਦਿੰਦੇ ਨੇ, ਉਹ ਚੱਲ ਜਾਂਦੇ ਤੇ ਇਹਨਾਂ ਜਵਾਬ ਕੋਈ ਨਹੀਂ ਦਿੰਦੇ। ਤਦ ਹੀ ਤੁਹਾਡੇ ਅੱਗੇ ਰਿਕੁਐਸਟ ਕਰ ਰਹੇ ਨੇ ਚੌਧਰੀ ਸਾਹਿਬ ਕਿ ਤੁਸੀਂ ਇਹਨਾਂ ਨੂੰ ਪੁੱਛ ਲੈਣਾ ਇਹ ਚੀਜ਼ਾਂ। ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਤੁਸੀਂ ਸਹੀ ਕੀਤੀ ਨਿਸ਼ਾਨਦੇਹੀ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ। ਬਾਕੀ ਜਿਹਦੀ ਸਮਝ ਉਹ ਜਾਵੇ ਉੱਥੇ ਕਰੇ ਗੱਲਾਂ। ਮੈਂ ਤਾਂ ਨਹੀਂ ਜਾਂਦਾ ਜੀ ਮੁੜ ਕੇ ਹੁਣ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ। ਦੇਖੋ ਜੀ ਮੁਫਤੀ ਸਾਹਿਬ, ਜਦੋਂ ਦੁਬਾਰਾ ਉਹ ਪਹਿਲੀ ਵਾਰੀ ਪ੍ਰੋਗਰਾਮ ਫਿਰ ਬੰਦ ਹੋਇਆ, ਦੁਬਾਰਾ ਫਿਰ ਹੁਸੈਨੀ ਸਾਹਿਬ ਨੇ ਸ਼ੁਰੂ ਕੀਤਾ, ਤੇ ਦੋਸਤ ਹੁਸੈਨੀ ਸਾਹਿਬ ਦੇ ਬਾਰੇ 'ਚ ਵੀ ਸੁਣ ਲਓ ਜੀ। ਮੈਂ ਤੇ ਅੱਗੇ ਵੀ ਜਿਵੇਂ ਆ ਦੋਸਤ ਦੱਸ ਰਹੇ ਨੇ, ਮੈਂ ਤੇ ਅੱਗੇ ਵੀ ਉਹਨਾਂ ਨੂੰ ਡੱਬਖੜਬਾ ਜਿਹਾ ਬੰਦਾ ਸਮਝਣਾ। ਦੁਬਾਰਾ ਮੈਂ ਗਿਆ ਜਨਾਬ, ਤੇ ਇੱਕ ਜੱਟ ਨਾਂ ਦਾ ਬੰਦਾ ਆ ਗਿਆ। 5 ਆਮਦੀ ਉੱਥੇ ਬੈਠੇ ਸਨ, ਤੇ ਉਹਨਾਂ 'ਚੋਂ ਇੱਕ ਜੱਟ ਐਡ ਕਰ ਲਿਆ ਉਹਨਾਂ ਨੇ। ਉਹ ਤੁਹਾਨੂੰ ਪਤਾ ਹੈ ਗਾਲਾਂ ਗੁਲਾਂ ਵਾਵਾ ਕੱਢਦਾ ਜਮਾਤ ਵੱਲੋਂ। ਉਹ ਆਂਦਾ ਜੀ ਮੈਂ ਜਵਾਬ ਦੇਣਾ। ਹੁਸੈਨੀ ਸਾਹਿਬ ਨੇ ਉਹਨੂੰ ਮਨਾ ਕੋਈ ਨਹੀਂ ਕੀਤਾ। ਮੈਂ ਉਹਨੂੰ ਇਹੀ ਸਵਾਲ ਪੁੱਛਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਸ਼ਾਦੀ ਦੇ ਬਾਰੇ 'ਚ ਪਾਬੰਦੀ। ਤੇ ਜੱਟ ਜਿਹੜਾ ਨਾ ਉਹ ਜਨਾਬ, ਤੂੰ ਆਪਣੀ ਮਾਂ ਨੂੰ ਪੁੱਛ, ਤੂੰ ਆਪਣੀ ਭੈਣ ਨੂੰ ਪੁੱਛ, ਤੂੰ ਫਲਾਣੇ ਨੂੰ ਪੁੱਛ, ਉਹ ਜਿਉਂ ਲੱਗਾ ਮਾਂ ਭੈਣ ਤੇ। ਦੇਖੋ ਹੁਸੈਨੀ ਸਾਹਿਬ ਦਾ ਹੱਕ ਬਣਦਾ ਹੈ, ਮੈਂ ਉਹਨਾਂ ਦੇ ਪ੍ਰੋਗਰਾਮ 'ਚ ਵੀ ਜਾ ਕੇ ਕਹਾਂਗਾ ਜਦ ਦੁਬਾਰਾ ਉਹਨੇ ਐਡ ਕੀਤਾ, ਕਿ ਉਹਨੂੰ ਰੋਕ ਦੇ ਕਿ ਯਾਰ ਤੂੰ ਸਵਾਲ ਦਾ ਜਵਾਬ ਦੇ। ਜੇ ਤੂੰ ਨਹੀਂ ਦੇਣਾ ਤੇ ਚਲੋ ਫਿਰ ਚੁੱਪ ਕਰ ਜਾ, ਜਾਂ ਤੇ ਕੋਈ ਹੈ ਕੋਈ ਨਹੀਂ, ਜਾਂ ਮੈਨੂੰ ਆਂਦੇ ਕਿ ਬਈ ਚੌਧਰੀ ਸਾਹਿਬ ਨੇ ਕੋਈ ਜਵਾਬ ਕੋਈ ਨਹੀਂ, ਤੁਸੀਂ ਛੱਡੋ ਤੁਸੀਂ ਜਾਓ, ਤਾਂ ਵੀ ਠੀਕ ਹੈ। ਹੁਸੈਨੀ ਸਾਹਿਬ ਜਨਾਬ ਉੱਥੇ ਚੁੱਪ ਕਰਕੇ ਦੜ ਵੱਟ ਕੇ ਲੰਮੇ ਪੈ ਰਹੇ ਕਿ ਚਲੋ ਬਈ ਇਹ ਮਾਂ ਭੈਣ ਤੇ ਲੱਗਾ ਹੈ। ਅਖੀਰ ਫਿਰ ਉੱਥੇ ਗਾਲੋ ਗਾਲੀ ਹੋਣਾ ਸੀ। ਆਹੀ ਜਵਾਬ ਨਹੀਂ ਦੇਣਾ, ਆਪਣੀ ਅੰਮਾ ਨੂੰ ਪੁੱਛ, ਆਪਣੀ ਭੈਣ ਨੂੰ ਪੁੱਛ, ਆਪਣੀ ਅੰਮਾ ਨੂੰ ਪੁੱਛ। ਇਹਦੇ ਹੁਸੈਨੀ ਸਾਹਿਬ ਦਾ ਕੰਮ ਬਰਾੜ ਤੋਂ ਹੀ ਚਲਾਣ ਡੇ, ਰੋਕਣਾ ਕਿੰਨੇ ਮੈਂ ਉਹਨੂੰ? 2 ਬੰਦੇ ਗੱਲ ਕਰ ਰਹੇ ਨੇ। ਉਹ ਜਨਾਬ ਉਹਨਾਂ ਨੇ ਨਹੀਂ ਰੋਕਿਆ। ਅਖੀਰ ਜਨਾਬ ਉੱਥੇ ਲਾਲ ਹੋਈ। ਉਹ 1-2 ਗਾਲਾਂ ਖਾਧੀਆਂ, 2 ਕੱਢੀਆਂ, 2 ਘਰ ਟੁਰ ਆਇਆ ਮੈਂ।
ਉਹ ਬਸ ਜੀ ਮੈਂ ਤੇ ਥੋੜੀ ਦੇਰ ਹੀ ਬੈਠਾ ਸੀ, ਬਾਅਦ ਚ ਮੈਨੂੰ ਨਹੀਂ ਪਤਾ ਕੀ ਉੱਥੇ ਹੋਇਆ। ਦੂਜੀ ਵਾਰੀ ਹੋਇਆ, ਬਾਅਦ ਚ ਇੱਕ ਵਾਰੀ ਪ੍ਰੋਗਰਾਮ ਖਤਮ ਹੋ ਗਿਆ ਲਾਲਾ ਲਾਲਾ ਹੋ ਕੇ, ਫਿਰ ਦੂਜੀ ਵਾਰੀ ਫੇਰ ਐਡ ਯਾਨੀ ਹੋਏ। ਪ੍ਰੋਗਰਾਮ ਵੜ ਗਿਆ। ਵੜ ਗਿਆ ਜੀ, ਵੜ ਗਿਆ। ਤੇ ਦੂਜੀ ਵਾਰੀ ਐਡ ਜਦੋਂ ਕੀਤਾ ਤੇ ਸਵਾਲ ਮੈਂ ਉਹ ਇੱਧਰ ਆਇਆ ਤੇ ਉਧਰੋਂ ਜਾਟੋ ਹੈ ਸਾਰੀ ਨੇ ਐਡ ਕਰ ਲਿਆ। ਬਾਕੀ 5 ਜਿਹੜੇ ਆਮ ਦੀ ਸਨ 4 ਕਾਦਿਆਨੀ ਉਹ ਜਨਾਬ ਦੜ ਵੱਟ ਕੇ ਬੈਠੇ ਨੇ, ਉਹਨਾਂ ਨੂੰ ਪਤਾ ਜਵਾਬ ਜੋ ਕੋਈ ਨਹੀਂ ਸੀ। ਤੇ ਇਹ ਬਦਤਮੀਜ਼ੀ ਕਰਨ ਡਿਆ ਪਿਆ, ਸੈਣੀ ਸਾਹਿਬ ਨੇ ਰੋਕਿਆ ਕੋਈ ਨਹੀਂ, ਆਖਰ ਅਖੀਰ ਜਨਾਬ ਇਹ ਰਿਜ਼ਲਟ ਨਿਕਲਿਆ ਜੀ। ਜੀ ਲਓ ਸਰ, ਤੁਸੀਂ ਕਰੋ ਗੱਲ ਤੇ ਮੈਂ ਮੁਫਤੀ ਸਾਹਿਬ ਇਜਾਜ਼ਤ ਚਾਹਾਂਗਾ ਹੁਣ। ਜਜ਼ਾਕ ਅੱਲਾ ਜੀ, ਜਜ਼ਾਕ ਅੱਲਾ, ਅੱਲਾ ਸਲਾਮਤੀਆਂ ਪਾਵੇ ਜੀ। अस्सलाम वालेकुम मुफ्ती साहब। ਵਾਲੇਕੁਮ ਸਲਾਮ। ਜਿਹੜੀ ਭਾਈ ਯਾਰਾਂ ਗੱਲ ਕੀਤੀ ਹੈ ਨਾ, ਉਹਨਾਂ ਦੀ ਨਾਲ ਜਿਹੜੀ ਜ਼ਿਆਦਤੀ ਹੋਈ ਏ ਉਹਦਾ ਤੇ ਨਹੀਂ ਲਾਈਵ ਸੁਣਿਆ, ਉਹਨਾਂ ਦੀ ਜ਼ਬਾਨ ਤੋਂ ਤੁਹਾਡੇ ਮੌਜੂਦਗੀ ਹੈ ਜਿਹੜੀ ਗੱਲ ਸੁਣ ਰਹੇ ਸਾਂ। ਇਸ ਚੀਜ਼ ਦਾ ਮੈਂ 3 ਤੋਂ 4 ਮੌਤਬਰ ਸ਼ਖਸੀਅਤ ਨਾਲ ਨਾ ਆਪਣੇ ਤੌਰ ਤੇ ਖਿਆਲਾਤ ਦਾ ਇਜ਼ਹਾਰ ਕਰ ਚੁੱਕਿਆ ਵਾਂ ਕਿ ਯਾਰ ਕੋਈ ਡੇਰਾ ਨਹੀਂ ਐਸਾ ਵੇਖਿਆ ਜਿੱਥੇ ਨਾ ਦੁਸ਼ਮਣ ਵੀ ਬੈਠੇ ਹੋਣ ਤੇ ਸੱਜਣ ਵੀ ਬੈਠੇ ਹੋਣ। ਏਡਾ ਵਲੀ ਅੱਲਾ ਮੈਂ ਇਸ ਜਾਂਦੇ ਦੌਰ 'ਚ ਬੰਦਾ ਕੋਈ ਨਹੀਂ ਵੇਖਿਆ ਜਿਹੜਾ ਸ਼ੇਰ ਤੇ ਬੱਕਰੀ ਨੂੰ ਇਕੱਠਿਆਂ ਬਾ ਕੇ ਨਾ ਤੇ ਆਪਣੀ ਵਲਾਇਤ ਜ਼ਾਹਰ ਪਿਆ ਕਰਦਾ ਹੋਵੇ। ਇੱਕੋ ਇਹ ਹਸੈਨੀ ਸਾਹਿਬ ਦੇ ਨਾਂ ਤੋਂ ਨਾਂ ਬੜਾ ਪਿਆਰਾ ਵੇ ਹੁਸੈਨੀ, ਇਹ ਹੋਣ ਵਾਸਤੇ ਤੇ ਸਿਰ ਲੁਹਾਣਾ ਪੈਂਦਾ ਵੇ। ਤੇ ਇਦੋਂ ਵੱਡਾ ਮੁਨਾਫਕ ਬੰਦਾ ਮੈਂ ਰੂਏ ਜ਼ਮੀਨ ਤੇ ਨਹੀਂ ਵੇਖਿਆ ਕਿ ਉਹ ਜਿਵੇਂ ਸ਼ਾਇਰ ਆਮ ਹਰ ਬੰਦਾ ਫਰਮਾਂਦਾ ਹੁੰਦਾ ਨਾ ਕਿ ਜਿਹੜੇ ਬੰਦੇ ਦਾ ਕੋਈ ਦੁਸ਼ਮਣ ਕੋਈ ਨਹੀਂ ਉਦੋਂ ਵੱਡਾ ਮੁਨਾਫਕ ਕੋਈ ਨਹੀਂ। ਕਿਸੇ ਨਾ ਕਿਸੇ ਦਾ ਨਾ ਇੱਕ ਸੱਜਣ ਹੁੰਦਾ, ਇੱਕ ਦੁਸ਼ਮਣ ਹੁੰਦਾ। ਤੁਹਾਡਾ ਸਾਨੂੰ ਪਤਾ ਹੈ ਨਾ ਕਿ ਤੁਸੀਂ ਇਸ ਮਿਸ਼ਨ ਤੇ ਕੰਮ ਕਰ ਰਹੇ ਹੋ। ਅਸੀਂ ਸਾਰੇ ਲੋਕ ਤੁਹਾਡੇ ਕੋਲ ਆਪਣੇ ਖਿਆਲਾਤ ਦਾ ਇਜ਼ਹਾਰ ਕਰਨੇ ਆ ਰੱਦੇ ਕਾਦੀਆਨੀਅਤ ਵਾਸਤੇ। ਕੋਈ ਸਾਡੇ ਤੇ ਕੋਈ ਮੁਸ਼ਕਲ ਪੇਸ਼ ਆਉਂਦੀ ਏ, ਅਸੀਂ ਸਮਝਦੇ ਹਾਂ ਕਿ ਤੁਹਾਡਾ ਸਾਡੇ ਨਾਲ ਇਲਮ ਸਰ ਜ਼ਿਆਦਾ ਵੇ, ਤੁਸੀਂ ਸਾਡੇ ਵੱਡੇ ਹੋ, ਮੌਤਬੇਰ ਹੋ। ਅਸੀਂ ਤੁਹਾਡੇ ਕੋਲ ਆਉਨੇ ਆ ਕਿ ਅਸੀਂ ਤੁਹਾਨੂੰ ਸਮਝਦੇ ਹਾਂ ਕਿ ਤੁਸੀਂ ਇੱਕ ਮੁਖਾਲਫ ਹੋ। ਇਹ ਜਿਵੇਂ ਪੰਜਾਬੀ ਜੀ ਗੱਲ ਕਰਨ ਕਿ ਜਿਵੇਂ ਇੱਕ ਮੁਖਾਲਫ ਜ਼ਹਿਨੀ ਤੌਰ ਤੇ ਕਿ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ। ਮੁਖਾਲਫਤ ਇਨਸਾਨੀਅਤ ਨਹੀਂ ਕਿ ਫਿਕਾ ਤੌਰ ਤੇ ਕਿ ਅਸੀਂ ਉਹਨੂੰ ਨਹੀਂ ਮੰਨਦੇ, ਉਹ ਗਲਤ ਹੈ, ਉਹ ਹੱਕ ਤੇ ਨਹੀਂ। ਇਹ ਜਿਹੜੀ ਗੱਲ ਉਹਨਾਂ ਕੀਤੀ ਹੈ, ਮੈਂ ਬਿਲਕੁਲ ਅਲਾਨੀਆਂ ਆਪਣੇ ਨਾਂ ਨਾਲ ਆਪਣੀ ਫੋਟੋ ਨਾਲ ਕੋਈ ਚੀਜ਼ ਆਪਣੀ ਛਪਾ ਕੇ ਦੱਬ ਕੇ ਝੂਠ ਮਾਰ ਕੇ ਗੱਲ ਕਰਕੇ ਨੱਸ ਜਾਣਾ, ਇਹ ਕੋਈ ਕੰਮ ਨਹੀਂ। ਇਹ ਬਿਲਕੁਲ ਜਿਹੜੀ ਚੀਜ਼ ਹੋਵੇ ਨਾ ਉਹ ਜ਼ਾਹਰ ਹੋਣੀ ਸ਼ੁਰੂ ਹੋ ਜਾਂਦੀ ਏ ਮੇਰੇ ਅੱਲਾ ਦੇ ਹੁਕਮ ਦੇ ਨਾਲ ਨਾ। ਅੱਲਾ ਸੋਹਣਿਆ ਹੱਕ ਕਰੀ ਨਾ ਹੱਕ ਨਾ ਹੋਵੇ। ਇਹ ਜਿਹੜੀ ਆਵਾਜ਼ ਉੱਠੀ ਹੈ ਨਾ ਹੈ ਹੱਕ ਦੀ ਏ। ਜ਼ਬਰਦਸਤ ਹੋ ਗਿਆ, ਬਿਹਤਰੀਨ ਹੋ ਗਿਆ ਜੀ। ਬਸ ਇਹੋ ਹੀ ਹੈ ਕਿ ਬਹੁਤ ਤਕਲੀਫ ਹੈ ਸਰ। ਜਿਹੜੀ ਤਕਲੀਫ ਹੈ ਨਾ, ਜਿੰਨੀ ਤਕਲੀਫ ਕਾਦੀਆਨੀਆਂ ਦੇ ਉਸ ਜੁਰਮ ਦੀ ਹੈ ਨਾ, ਉਸ ਤੋਂ ਵੱਡਾ ਜੁਰਮ ਇਹ ਸ਼ਖਸੀਅਤ ਕਰਦੀ ਹੈ ਪਈ। ਪਤਾ ਨਹੀਂ ਕਿ ਉਹ ਕਿਹੜੀ ਵਲਾਇਤ ਛਪਾ ਕੇ ਉਹ ਬੰਦਾ ਬੈਠਾ ਹੋਵੇ। ਇਸ ਚੀਜ਼ ਦਾ ਤੇ ਜ਼ਾਹਰ ਕਰੋ ਖੁਦਾ ਰਸੂਲ ਦਾ ਨਾਂ, ਜੇ ਇਦੋਂ ਵੱਡਾ ਵਾਸਤਾ ਕੋਈ ਨਹੀਂ। ਜਾਂ ਨੰਗਿਆਂ ਕਰੋ ਤੇ ਜਾਂ ਇਸ ਬੰਦੇ ਨੂੰ ਮੈਨੂੰ ਉਹ ਡੇਰਾ ਦੱਸੋ ਜਿੱਥੇ ਦੁਸ਼ਮਣ ਬੈਠੇ ਹੁੰਦੇ ਨੇ ਤੇ ਸੱਜਣ ਬੈਠੇ ਹੁੰਦੇ ਨੇ। ਦੋ ਚੀਜ਼ਾਂ ਇਕੱਠੀਆਂ ਕਿਹੜੇ ਡੇਰੇ ਤੇ ਨੇ ਮੈਨੂੰ। ਜਾਂ ਤੇ ਸਰ ਤੁਹਾਡੇ ਕੋਲ ਵੀ ਕੋਈ ਕਾਦੀਆਨੀ ਆ ਕੇ ਬੈਠਾ ਹੋਵੇ। ਅਸੀਂ ਜਾਂ ਟਾਈਮ ਬਣਾ ਕੇ ਮੁਫਤੀ ਸਾਹਿਬ ਸਾਦੇ ਨੇ ਜਾਂ ਟਾਈਮ ਬਣਾ ਕੇ ਅਦਬ ਦੇ ਨਾਲ ਇੱਜ਼ਤ ਦੇ ਨਾਲ ਜਾਂਦੇ ਨੇ। ਅਸੀਂ ਤੁਸੀਂ ਆਪ ਰਲ ਕੇ ਉਹਨਾਂ ਦੇ ਨਾਲ ਕਿਸੇ ਇਸਲਾਹ ਵਾਸਤੇ ਕਿਸੇ ਮਸਲੇ ਹੱਲ ਵਾਸਤੇ ਜਾਈਦਾ। ਜੰਗ ਕਰਨਾ ਤੇ ਸਾਡਾ ਮਕਸਦ ਕੋਈ ਨਹੀਂ। ਉੱਥੇ ਇੱਕ ਦਿਨ ਨਾ ਸੂਰਤ ਕੁਰਾਨ ਮਜੀਦ ਦੀ ਇਹ ਵੀ ਨਹੀਂ ਪਸੰਦ ਆਉਂਦੀ, ਜਿਵੇਂ ਕੱਪੜੇ ਵਾਲੀ ਦੁਕਾਨ ਤੇ ਕੱਪੜਾ ਨਹੀਂ ਪਸੰਦ ਆਉਂਦਾ। ਇਸ ਚੀਜ਼ ਦਾ ਪੁੱਛਣਾ ਹੈ, ਉਹਨਾਂ ਨੂੰ ਯਾਦ ਹੋ ਜਾਦਾ ਵਾਕਿਆ ਦੁਬਾਰਾ ਯਾਦ ਕਰਾ ਦਿਆਂਦਾ ਕਿ ਉਹ ਬੰਦਾ ਮੈਂ ਸਾਂ ਜਿਹਨੇ ਗੱਲ ਕੀਤੀ ਸੀ। 3-4 ਆਇਤ ਕੁਰਾਨ ਦੀ ਪੜ੍ਹੀ ਹੈ ਤੇ ਬਾਸੀਆਂ ਮਾਰਦੇ ਨੇ ਪਰ ਜਿਵੇਂ ਕੁੱਤੇ ਪਰਾਲੀ ਤੋਂ ਉੱਠਦੇ ਨੇ। ਯਾਰ ਇਹ ਵੀ ਨਹੀਂ ਕੋਈ ਹੋਰ ਮੌਜੂ ਛੇੜੋ, ਇਹ ਵੀ ਨਹੀਂ ਕੋਈ ਹੋਰ ਮੌਜੂ ਛੇੜੋ। ਮੈਂ ਵਿੱਚ ਆਖਿਆ, ਮੈਂ ਕਿਹਾ ਤੁਹਾਨੂੰ ਕੋਈ ਕੁਰਾਨ ਦੀ ਆਇਤ ਨਹੀਂ ਨਾ ਪਸੰਦ ਆਉਂਦੀ ਪਈ ਤੇ ਮਿਰਜ਼ੇ ਕਾਦੀਆਨੀ ਤੇ ਲਾਹਨਤ ਪਾਓ। ਉੱਥੇ ਫਿਰ ਬੰਬ ਚੱਲੇ। ਹੁਸੈਨੀ ਸਾਹਿਬ ਚੁੱਪ ਬੁੱਕ ਮਨ
ਮੈਂ ਨਾ ਫਿਰ ਉਹਨਾਂ ਮੈਨੂੰ ਲਾਹ ਛੜਿਆ। ਮੈਂ ਕਿਹਾ ਮੈਂ ਦੱਸੂ ਉਦਣ ਵੀ ਸਾਂ ਕਿ ਜਨਾਬ ਤੁਹਾਡਾ ਚਿਹਰੇ ਦੇ ਉੱਤੋਂ ਮੈਂ ਨਕਾਬ ਲਾਣਾ ਆਵੇਗਾ, ਮੈਨੂੰ ਤੁਹਾਡੇ ਕੋਲ ਹਸਬ ਨਾ ਸਬਦਾਨਾ ਪਤਾ ਲੱਗ ਲਵੇ ਕਿ ਤੁਸੀਂ ਹੈ ਕਿੱਥੋਂ ਦੇ ਹੋ। ਮੈਂ ਕਿਹਾ ਮੈਂ ਤੁਹਾਡੇ ਚਿਹਰੇ ਤੋਂ ਨਕਾਬ ਲਾਣਾ ਆਵੇਂ ਜਿੱਥੇ ਕੁਰਾਨ ਦੀ ਆਇਤ ਮਰਜ਼ੀ ਨਾਲ ਪਸੰਦ ਨਾ ਆਉਂਦੀ ਪਈ ਹੋਵੇ। ਮੈਂ ਕਿਹਾ ਉੱਥੇ ਲਾਹਨਤ ਪਾਓ ਮਿਰਜ਼ੇ ਕਾਦੀਆਨੀ ਉੱਤੇ ਤੇ ਕੁਰਾਨ ਦੀ ਹਰ ਆਇਤ ਵੇਖਿਆ ਜੇ ਸੋਹਣੀ ਲੱਗੇ ਦੀ। ਜ਼ਬਰਦਸਤ ਹੋ ਗਿਆ। ਅਸਲ 'ਚ ਗੱਲ ਹੈ ਵੇ ਕਿ ਹੁਸੈਨੀ ਸਾਹਿਬ ਦੀ ਜਿਹੜੀ ਬਰਾੜ ਹੈ ਔਰ ਹੁਸੈਨੀ ਸਾਹਿਬ ਕੁਝ ਸੈਕੂਲਰ ਟਾਈਪ ਆਦਮੀ ਨੇ, ਉਹ ਤਮਾਮ ਮਜ਼ਾਹਿਬ ਦੀ ਗੱਲ ਕਰਦੇ ਨੇ ਔਰ ਉਹ ਸਭ ਨੂੰ ਹੀ ਸਹੀ ਕਹਿੰਦੇ ਨੇ। ਉਹ ਹਿੰਦੂ, ਸਿੱਖ, ਈਸਾਈ, ਯਹੂਦੀ, ਕਾਦੀਆਨੀ, ਮੁਸਲਮਾਨ, ਸ਼ੀਆ, ਸੁੰਨੀ, ਵਾਬੀ, ਦਿਓਬੰਦੀ, ਸਭ ਨੂੰ ਉਹ ਠੀਕ ਵੀ ਨੇ ਤੇ ਸਭ ਗਲਤ ਵੀ ਨੇ। ਉਹ ਇੰਝ ਦਾ ਕੋਈ ਬੰਦਾ ਹੈ, ਮਤਲਬ ਇੱਕ ਗੱਲੋਂ ਕਹੇਗਾ ਸਭ ਠੀਕ ਹੈ, ਇੱਕ ਗੱਲੋਂ ਕਹੇਗਾ ਸਾਰੇ ਇਹ ਗਲਤ ਨੇ। ਉਹ ਇੰਝ ਦਾ ਹੋਵੇ, ਸੈਕੂਲਰ ਟਾਈਪ ਹੈ। ਉਹ ਤੁਸੀਂ ਇਸ ਬੰਦੇ ਨੂੰ ਫੜ ਨਹੀਂ ਸਕਦੇ। ਜੀ ਮੈਂ ਅਰਜ਼ ਕਰ ਰਿਹਾ, ਇਸ ਪਾਲਿਸੀ ਦੇ ਉੱਤੇ ਮਾਸਾ ਸਟੋਰੀਜ਼, ਸ਼ੁਕਰੀਆ ਬਈ। ਇਸ ਪਾਲਿਸੀ ਦੇ ਉੱਤੇ ਹੋਰ ਵੀ ਬੜੇ ਲੋਕ ਕੰਮ ਕਰ ਰਹੇ ਨੇ ਤੇ ਬਹੁਤ ਸੀ ਆਈਡੀਜ਼ ਇੰਝ ਦੀਆਂ ਨੇ ਔਰ ਨਿਤ ਨਏ ਲੋਕ ਸਾਹਮਣੇ ਆ ਰਹੇ ਨੇ ਹੌਲੀ ਹੌਲੀ। ਅਸਲ 'ਚ ਰੌਲਾ ਹੈ ਵੇ ਕਿ ਕੁਝ ਲੋਕ ਨੇ ਐਥੀਇਸਟ ਇੰਗਲਿਸ਼ ਦਾ ਲਫ਼ਜ਼ ਹੈ ਮੁਲਹਿਦੀਨ ਜੀ ਸਰ ਨੂੰ ਕਹਿੰਦੇ ਨੇ ਐਥੀਇਸਟ। ਮੁਲਹਿਦ ਉਹਨਾਂ ਲੋਕਾਂ ਨੂੰ ਕਹਿੰਦੇ ਨੇ ਜਿਹੜੇ ਕਿਸੇ ਦੀਨ ਮਜ਼ਹਬ ਨੂੰ ਨਹੀਂ ਮੰਨਦੇ। ਅੱਛਾ ਜੀ। ਔਰ ਉਹ ਆਂਦੇ ਨੇ ਕਿ ਇਸ ਕਾਇਨਾਤ ਦਾ ਕ੍ਰੀਏਟਰ ਕੋਈ ਨਹੀਂ ਹੈ, ਇਹ ਕਾਇਨਾਤ ਖੁਦ ਹੀ ਬਣੀ ਹੈ ਤੇ ਖੁਦ ਹੀ ਚੱਲ ਰਹੀ ਹੈ ਤੇ ਇੰਝ ਹੀ ਚੱਲਦੀ ਰਹਿਣੀ ਹੈ। ਯਾਨੀ ਕਿਸੇ ਚੀਜ਼ ਨੂੰ ਨਹੀਂ ਮੰਨਦੇ, ਕਿਸੇ ਦੀਨ ਮਜ਼ਹਬ ਨੂੰ ਨਹੀਂ ਮੰਨਦੇ। ਲਾ ਮਜ਼ਹਬੀਅਤ, ਲਾ ਦੀਨੀਅਤ ਦੇ ਕਾਇਲ ਹੁੰਦੇ ਨੇ। ਹੁਣ ਉਹ ਵਾਲਾ ਤਬਕਾ ਜਿਹੜਾ ਨਾ ਬਹੁਤ ਜ਼ਿਆਦਾ ਮੁਖਤਲਿਫ ਮੁਲਕਾਂ 'ਚ ਬੈਠੇ ਨੇ। ਪਾਕਿਸਤਾਨ ਦੇ ਵਿੱਚ ਵੀ ਇਹ ਤਬਕਾ ਹੈ ਵੇ, ਉਰਦੂ ਸਪੀਕਿੰਗ, ਪੰਜਾਬੀ ਸਪੀਕਿੰਗ, ਬਲਕਿ ਹਰ ਜ਼ੁਬਾਨ ਦੇ ਵਿੱਚ ਇਹ ਹੋਣਗੇ। ਫਿਰ ਇੱਕ ਤਬਕਾ ਉਹ ਵੇ ਕਿ ਜਿਹੜੇ ਨੇ ਹਿੰਦੂਜ਼ ਨੇ। ਹਿੰਦੂਜ਼ ਵੀ ਕੁਝ ਟੁੱਟ ਰਹੇ ਨੇ ਔਰ ਉਹ ਇਲਹਾਦੀਅਤ ਦੀ ਤਰਫ ਜਾ ਰਹੇ ਨੇ। ਹਿੰਦੂਆਂ ਦੀ ਬਹੁਤ ਵੱਡੀ ਤਾਦਾਦ ਹੈ ਜਿਹੜੀ ਹਿੰਦੂ ਮਤ ਨੂੰ ਛੱਡ ਕੇ ਉਹ ਜਾਂ ਤੇ ਅਗਨੋਸਟਿਕ ਬਣ ਰਹੇ ਨੇ ਜਾਂ ਐਥੀਇਸਟ ਬਣ ਰਹੇ ਨੇ। ਅਗਨੋਸਟਿਕ ਉਹ ਲੋਕ ਨੇ ਕਿ ਜਿਹੜੇ ਇਹ ਚੀਜ਼ ਨੂੰ ਤਸਲੀਮ ਕਰਦੇ ਨੇ ਕਿ ਇਸ ਕਾਇਨਾਤ ਨੂੰ ਕੋਈ ਤਾਕਤ ਚਲਾ ਰਹੀ ਹੈ। ਉਹ ਖੁਦਾ ਨਹੀਂ ਉਹਨੂੰ ਕਹਿੰਦੇ, ਬਸ ਇੱਕ ਤਾਕਤ ਚਲਾ ਰਹੀ, ਉਹ ਤਾਕਤ ਪਤਾ ਨਹੀਂ ਕਿਹੜੀ ਹੈ। ਉਹ ਇਹ ਵਾਲਾ ਤਬਕਾ ਹੈ। ਤੇ ਅਗਨੋਸਟਿਕ ਮੈਂ ਜਿਹੜਾ ਇੱਕ ਹਿਸਾਬ ਲਾਇਆ ਹਜੇ ਤੱਕ ਦੇ ਤਜਰਬੇ ਤੋਂ ਕਿ ਉਹਨਾਂ ਦੀ ਜ਼ਿਆਦਾ ਤਾਦਾਦ ਜਿਹੜੀ ਹੈ ਨਾ ਉਹ ਵੇ ਹਿੰਦੂਇਜ਼ਮ ਤੋਂ ਗਈ ਹੈ। ਹੋਰ ਉਰਦੂ ਸਪੀਕਿੰਗ ਤੇ ਪੰਜਾਬੀ ਸਪੀਕਿੰਗ ਦੇ ਵਿੱਚ ਐਥੀਇਸਟ ਔਰ ਅਗਨੋਸਟਿਕ ਦੀ ਜਿਹੜੀ ਜ਼ਿਆਦਾ ਤਾਦਾਦ ਹੈ ਨਾ ਉਹ ਸਮਝ ਲਓ ਕਿ ਕਾਦੀਆਨੀਆਂ ਦੇ ਵਿੱਚ ਕਨਵਰਟ ਹੋਈ ਹੈ। ਕਾਦੀਆਨੀਅਤ ਇਨਸਾਨ ਨੂੰ ਜਿਹੜਾ ਵੇ ਕਿਸੇ ਜੋਗਾ ਨਹੀਂ ਛੱਡਦੀ, ਉਹ ਮਜ਼ਹਬ ਬੇਜ਼ਾਰ ਤੇ ਦੀਨ ਬੇਜ਼ਾਰ ਕਰ ਦਿੰਦੀ ਹੈ। ਔਰ ਇਹਨਾਂ ਦੇ ਵਿੱਚ ਜਿਹੜਾ ਬੰਦਾ ਹੁੰਦਾ ਹੈ ਉਹ ਕਿਉਂਕਿ ਜਦੋਂ ਰਹਿ ਰਹੇ ਹੁੰਦੇ ਨੇ, ਜਦੋਂ ਕਾਦੀਆਨੀ ਇੱਕ ਬੰਦਾ ਹੁੰਦਾ ਹੈ ਉਦੋਂ ਹੀ ਉਹ ਕਿਸੇ ਪੀਰ ਨੂੰ ਨਹੀਂ ਮੰਨਦਾ, ਕਿਸੇ ਚੀਜ਼ ਨੂੰ ਨਹੀਂ ਮੰਨਦਾ, ਕੁਰਾਨ ਤੱਕ ਨੂੰ ਨਹੀਂ ਮੰਨਦਾ, ਹਦੀਸ ਤੱਕ ਨੂੰ ਨਹੀਂ ਮੰਨਦਾ, ਇਨਕਾਰ ਕਰਦਾ ਹੈ। ਸਾਹਬਾ ਦਾ ਇਨਕਾਰ, ਤਾਬਈਨ, ਤਬਾ ਤਾਬਈਨ, ਸਭ ਬਾਬੇ ਬਜ਼ੁਰਗਾਂ ਦਾ ਇਨਕਾਰ ਉਹ ਕਾਦੀਆਨੀ ਸਿਖਾਉਂਦੇ ਨੇ। ਜਦੋਂ ਕਾਦੀਆਨੀ ਹੁੰਦਾ ਹੈ ਉਦੋਂ ਦੀ ਗੱਲ ਕਰ ਰਹੇ ਆ। ਔਰ ਸਿਰਫ ਉਹ ਮਿਰਜ਼ੇ ਕਾਦੀਆਨੀ ਦੀ ਜ਼ਾਤ ਨੂੰ ਮੰਨ ਰਹੇ ਹੁੰਦੇ ਨੇ ਕਿ ਮੈਂ ਮਿਰਜ਼ੇ ਨੂੰ ਮੰਨਣਾ, ਬਕਾਇਆ ਹਰ ਉਹ ਚੀਜ਼ ਜਿਹਦੇ ਤੋਂ ਮਿਰਜ਼ਾ ਦੀ ਸੱਚਾਈ ਸਾਬਤ ਹੁੰਦੀ ਮੈਂ ਉਹਨੂੰ ਮੰਨਣਾ ਵਾ, ਬਕਾਇਆ ਕਿਸੇ ਚੀਜ਼ ਨੂੰ ਨਹੀਂ ਮੈਂ ਮੰਨਦਾ। ਗੱਲ ਸਮਝ ਰਹੇ ਹੋ ਨਾ? ਉਹ ਇਨਕਾਰ ਕਰ ਦਿੰਦੇ। ਯਾਨੀ ਉਹ ਅੱਧ ਪਚੱਦਾ ਮੁਲਹਿਦ ਹੁੰਦਾ ਹੈ, ਕਾਦੀਆਨੀ ਅੱਧ ਪਚੱਦਾ ਮੁਲਹਿਦ ਹੁੰਦਾ ਹੈ। ਬਾਅਦ ਚੋਂ ਇਹਨਾਂ ਦੇ ਵਿੱਚ ਕੋਈ ਐਸੇ ਮਾਮਲਾਤ ਹੁੰਦੇ ਨੇ ਜਮਾਤੀ ਤੌਰ ਤੇ, ਜਮਾਤ ਇਹਨਾਂ ਨਾਲ ਜ਼ੁਲਮੋ ਸਿਤਮ ਕਰਦੀ ਏ ਔਰ ਚੰਦੇ ਦੇ ਨਾਮ ਤੋਂ, ਜਾਂ ਮਤਲਬ ਡਬਲ ਟੈਪ ਕਰੋ ਯਾਰ, ਸ਼ਾਹਿਦ ਭਾਈ ਇਸ਼ਾਰਾ ਕਰ ਰਹੇ ਨੇ, ਡਬਲ ਟੈਪ ਕਰੋ ਯਾਰ ਬਰਾੜ, ਸ਼ੇਅਰ ਕਰੋ, ਡਬਲ ਟੈਪ ਕਰੋ, ਇਹ ਕੰਮ ਕਰਦੇ ਰਿਹਾ ਕਰੋ ਨਾਲ ਥੱਲੇ ਬਹਿ ਕੇ। ਤੇ ਉਹ ਫਿਰ ਜਮਾਤੀ ਤੌਰ ਤੇ ਕੁਝ
ਜ਼ੁਲਮੋ ਸਿਤਮ ਨੂੰ ਵੇਖ ਕੇ ਨਾ ਉਹ ਆਂਦਾ ਹੈ ਕਿ ਜਿਹੜਾ ਹੁਣ ਮੈਂ ਕਾਦੀਆਨੀ ਨੂੰ ਮੰਨਦਾ ਸਾਂ ਮੈਂ ਉਹਨੂੰ ਵੀ ਨਹੀਂ ਮੰਨਦਾ। ਹੁਣ ਉਹ ਪਿੱਛੇ ਜਿਹੜਾ ਯਾਨੀ ਮਿਰਜ਼ੇ ਕਾਦੀਆਨੀ ਨੂੰ ਮੰਨਣ ਵਾਲੀ ਚੀਜ਼ ਜਿਹੜੀ ਏ ਉਹ ਵੀ ਵਿੱਚੋਂ ਨਿਕਲ ਗਈ, ਪਿੱਛੇ ਇਲਹਾਦੀਅਤ ਬਚ ਗਈ। ਉਹ ਫਿਰ ਮਜ਼ਹਬ ਬੇਜ਼ਾਰ ਹੋ ਜਾਂਦਾ, ਉਹਨੇ ਮੈਂ ਨਹੀਂ ਕਿਸੇ ਚੀਜ਼ ਨੂੰ ਅੱਲਾ ਲਿਲਾਨ ਆ ਕੇ ਲਈ ਕਮਾਨ ਸੀ ਇਹਨਾਂ ਦਾ ਇੱਕ ਕਾਦੀਆਨੀ ਮੁਰੱਬੀ ਔਰ ਬੜਾ ਪੱਕਾ ਸੱਚਾ ਸੁੱਚਾ ਇਹਨਾਂ ਦਾ। ਉਹ ਇੱਕ ਵਕਤ ਆਇਆ ਕਿ ਉਹ ਇਲਹਾਦੀਅਤ ਦਾ ਸ਼ਿਕਾਰ ਹੋ ਗਿਆ। ਇੰਝ ਹੀ ਹੈ ਜਿਹੜਾ ਮਾਈਂਡ ਰੋਸਟਰ ਹੈ, ਇਹ ਮੇਰੀ YouTube ਦੇ ਉੱਤੇ ਅੱਜ ਤੋਂ 3 4 5 ਸਾਲ ਪੁਰਾਣੀ ਗੱਲ ਹੈ, ਸਾਰੇ ਮੁੰਡਿਆਂ ਨੂੰ ਪਤਾ ਹੈ ਪੁਰਾਣਿਆਂ ਨੂੰ। ਤੇ ਉਹ ਵੀ ਆਵਾਜ਼ ਬਦਲ ਕੇ ਆਇਆ ਆਪਣੇ ਤਰਫੋਂ, ਮੁਲਹਿਦ ਬਣ ਕੇ ਆਇਆ ਤੇ ਅਸੀਂ ਪਹਿਚਾਨ ਲਿਆ। ਅਸੀਂ ਕਿਹਾ ਤੂੰ ਉਹ ਅੱਜ ਵੀ ਮੌਜੂਦ ਹੈ ਮੇਰੇ ਚੈਨਲ ਦੇ ਉੱਤੇ ਤੇ ਉਹ ਇਸਲਾਮ ਨੂੰ ਗਾਲਾਂ ਕੱਢ ਰਿਹਾ ਸੀ, ਤੋਹੀਨ ਕਰ ਰਿਹਾ ਸੀ। ਹੈ ਪਿੱਛੇ ਬੈਠਾ ਸੀ ਮਾਈਂਡ ਰੋਸਟਰ ਮੀਰ ਸਲੀਮ ਮਰਾਸੀ ਹੈ ਜਿਹੜਾ, ਉਹ ਬੈਠਾ ਸੀ। ਤੇ ਗੱਲ ਹੈ ਵੀ ਇਹ ਕੁਝ ਨਹੀਂ ਕਾਦੀਆਨੀਅਤ ਕੁਝ ਨਹੀਂ। ਇਹ ਜਿਹੜੇ ਅੱਜ ਤੁਹਾਨੂੰ ਨਜ਼ਰ ਆ ਰਹੇ ਨੇ ਇੰਜ ਦੇ ਸੈਕੂਲਰ ਟਾਈਪ ਕਮਿਊਨਿਸਟ ਟਾਈਪ ਲੋਕ ਨਜ਼ਰ ਆ ਰਹੇ, ਉਹਨਾਂ ਦੀ ਉਹ ਅਸਲ ਹੁੰਦੇ ਕਾਦੀਆਨੀਓ ਹੀ ਨੇ, ਲੇਕਿਨ ਉਹ ਫਿਰ ਡਰਾਮੇਬਾਜ਼ੀਆਂ ਵਿੱਚ ਸ਼ੁਰੂ ਕਰ ਦਿੰਦੇ ਨੇ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਇਹਨਾਂ ਨੂੰ ਕੀ ਫਾਇਦਾ ਹੈ ਇਹਨਾਂ ਚੀਜ਼ਾਂ ਦਾ? ਬਈ ਸਾਡੇ ਨਜ਼ਦੀਕ ਤੇ ਸਵਾਬ ਔਰ ਜਜ਼ਾ ਹੈ ਵੇ ਕਿ ਮਿਸਾਲ ਮੈਂ ਹੁਣ ਬੈਠਾ ਵਾਂ, ਮੈਂ ਦੀਨ ਦਾ ਕੰਮ ਕਰ ਰਿਹਾ, ਅੱਲਾਹ ਰਸੂਲ ਦੀ ਗੱਲ ਕਰ ਰਿਹਾ, ਕੁਰਾਨ ਦੀ ਹਿਫਾਜ਼ਤ ਕਰ ਰਿਹਾ, ਆਪਣੇ ਬਾਬੇ ਬਜ਼ੁਰਗਾਂ ਦੀ ਹਿਫਾਜ਼ਤ ਕਰ ਰਿਹਾ, ਅਕੀਦਾ ਖਤਮੇ ਨਬੂਵਤ ਦੀ ਹਿਫਾਜ਼ਤ ਕਰ ਰਿਹਾ। ਮੈਨੂੰ ਪਤਾ ਹੈ ਮੇਰੇ ਬਾਬੇ ਖੁਸ਼ ਹੋਣਗੇ, ਅੱਲਾਹ ਖੁਸ਼ ਹੋਏਗਾ, ਰਸੂਲ ਖੁਸ਼ ਹੋਣਗੇ, ਸਾਹਬਾ ਖੁਸ਼ ਹੋਣਗੇ, ਮੇਰੇ ਬਾਬੇ ਬਜ਼ੁਰਗ ਖੁਸ਼ ਹੋਣਗੇ, ਮੈਨੂੰ ਜੰਨਤ ਮਿਲੇਗੀ, ਮੈਨੂੰ ਸਵਾਬ ਮਿਲੇਗਾ। ਸਾਡੇ ਨਜ਼ਦੀਕ ਤੇ ਇਹ ਚੀਜ਼ਾਂ ਹੈ ਨੇ। ਐਥੀਇਸਟ ਉਹਦੇ ਨਜ਼ਦੀਕ ਤੇ ਸਜ਼ਾ ਉਹ ਜਜ਼ਾ ਹੈ ਹੀ ਕੋਈ ਨਹੀਂ। ਉਹ ਕਿਉਂ ਕਰ ਰਹੇ ਹੈ ਇਹ ਕੰਮ? ਔਰ ਇੰਜ ਦੀ ਮਜ਼ਹਬਾਂ ਨੂੰ ਆਪਸ 'ਚ ਲੜਾਣਾ, ਕਦੀ ਉਹ ਦਿਓਬੰਦੀ ਬਣ ਕੇ ਸਾਹਮਣੇ ਆਏਗਾ, ਕਦੀ ਸ਼ੀਆ ਬਣ ਕੇ ਸਾਹਮਣੇ ਆਏਗਾ, ਕਦੀ ਹਿੰਦੂ ਬਣ ਕੇ ਸਾਹਮਣੇ ਆ ਜਾਂਦੇ ਨੇ, ਕਦੀ ਕਾਦੀਆਨੀ ਬਣ ਕੇ। ਔਰ ਅੱਜ ਕੱਲ ਇਹਨਾਂ ਨੇ ਜ਼ਿਆਦਾਤਰ ਤਾਦਾਦ ਇੰਜੀਨੀਅਰ ਮਿਰਜ਼ਾ ਦੇ ਸਟੂਡੈਂਟ ਬਣ ਕੇ ਸਾਹਮਣੇ ਆਉਂਦੇ ਨੇ ਕਿ ਅਸੀਂ ਇੰਜੀਨੀਅਰ ਮਿਰਜ਼ਾ ਜੂਨੀਅਰ ਜੇਲਮੀ ਜਿਹੜਾ ਹੈ ਉਹਦੇ ਸਟੂਡੈਂਟ। ਹਾਲਾਂਕਿ ਉਹ ਅਸਲ 'ਚ ਪਿੱਛੇ ਬੰਦਾ ਐਥੀਇਸਟ ਹੁੰਦਾ ਹੈ, ਕਾਦੀਆਨੀ ਹੁੰਦਾ ਹੈ, ਕੋਈ ਹਿੰਦੂ ਹੁੰਦਾ ਹੈ। ਤੇ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਕੀ ਫਵਾਇਦ ਨੇ ਜਾਂ ਕੀ ਚਾਹੁੰਦੇ ਨੇ ਪਏ? ਸਭ ਤੋਂ ਵੱਡਾ ਇਹਨਾਂ ਨੂੰ ਜਿਹੜਾ ਫਾਇਦਾ ਵੇ ਉਹ ਵੇ ਮਜ਼ਹਬਾਂ ਨੂੰ ਲੜਾਣਾ ਇਹ ਚਾਹੁੰਦੇ ਨੇ, ਕਿਉਂਕਿ ਇਹ ਇੰਨੇ ਕੁ ਜ਼ਿਹਨੀ ਤੌਰ ਤੇ ਮਾਯੂਸ ਹੋ ਚੁੱਕੇ ਹੁੰਦੇ ਨੇ। ਉਹ ਆਂਦੇ ਨੇ ਹੁਣ ਨਾ ਖੇਡਾਂਗੇ ਤੇ ਨਾ ਖੇਡਣ ਦੇਾਂਗੇ। ਜੇ ਤੁਸੀਂ ਸਾਨੂੰ ਆਪਣੇ ਮਜ਼ਹਬ 'ਚ ਨਹੀਂ ਨਾ ਰਹਿਣ ਦਿੱਤਾ ਜਾਂ ਮਤਲਬ ਕੋਈ ਹਾਲਾਤੋਂ ਵਾਕਿਆਤ ਇੰਜ ਦੇ ਹੋ ਗਏ ਸਨ ਤੇ ਉਹ ਮਜ਼ਹਬ ਬੇਜ਼ਾਰ ਹੋ ਗਿਆ, ਉਹਨੇ ਕਿਹਾ ਹੁਣ ਫਿਰ ਮੈਂ ਵੀ ਤੁਹਾਨੂੰ ਵੀ ਨਹੀਂ ਖੇਡਣ ਦੇਣਾ। ਬਾਤ ਸਮਝ ਰਹੇ ਕਿ ਨਹੀਂ ਮੈਂ ਜੋ ਅਰਜ਼ ਕਰਨਾ ਚਾਹ ਰਿਹਾ? ਉਹ ਇਹਨਾਂ ਨੂੰ ਇਹ ਫਾਇਦੇ ਨੇ, ਉਹ ਇੱਕ ਗੁੱਸਾ ਹੁੰਦਾ ਹੈ ਪਿੱਛੇ ਜਿਹੜਾ ਹੈ। ਦੂਸਰੀ ਚੀਜ਼ ਐਸੀ ਹੈ ਕਿ ਇਸਲਾਮ ਦੁਸ਼ਮਣ ਏਜੰਸੀਜ਼ ਨੇ ਬਹੁਤ ਜ਼ਿਆਦਾ ਨੇ, ਜਿਹੜੇ ਜਿਨ੍ਹਾਂ ਦੇ ਪੇਡ ਲੋਕ ਨੇ, ਬਕਾਇਦਾ ਇਹਨਾਂ ਨੂੰ ਪੈਸਾ ਮਿਲਦਾ ਹੈ ਔਰ ਬਕਾਇਦਾ ਇਹਨਾਂ ਦੀ ਡਿਊਟੀ ਹੀ ਇਹ ਹੁੰਦੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਬੈਠਣਾ। ਕਿਸੇ ਦੀ ਡਿਊਟੀ ਟਿਕਟਾਕ ਤੇ ਲੱਗੀ ਹੈ, ਕਿਸੇ ਦੀ ਟਵਿੱਟਰ ਤੇ ਲੱਗੀ ਹੈ, ਕਿਸੇ ਦੀ YouTube ਤੇ ਲੱਗੀ ਹੈ। ਮੈਂ ਇੱਕ ਮਿੰਟ ਰੀਫਰੈਸ਼ ਕਰਾਂ ਜ਼ਰਾ, ਤੇ YouTube ਤੇ ਲਾਈਵ ਬਰਾਡ ਜਾਰੀ ਹੈ ਸੱਚ ਵਾਲੇ ਦੀ, ਪੇੜ ਨੇ, ਐਥੀਇਸਟ ਹੈ ਔਰ ਉਹ ਸਿਰਫ ਕੁਰਾਨ ਦੀ ਸੀ ਗੱਲ ਕਰਦਾ। ਉਹ ਬੰਦੇ ਇਹਨਾਂ ਨੇ ਮੈਂ ਤੁਹਾਨੂੰ ਹੁਣੇ ਲਾਈਵ ਚੱਲ ਰਹੀ ਹੈ ਬਹਾਨਾ ਮੈਂ ਪੇੜ ਐਥੀਇਸਟ ਹੈ। ਆਮਿਰ ਮਿਰਜ਼ਾ ਭਾਈ ਜ਼ਰਾ ਮਾਈਕ ਮਿਊਟ ਕਰਨਾ ਭਾਈ। ਅੱਲਾਹੁ ਅਕਬਰ ਅੱਲਾਹੁ ਅਕਬਰ। ਤੇ ਉਹ ਕੁਰਾਨ ਦੀ ਖੋਲ ਕੇ ਤੇ ਕੁਰਾਨ ਦੀ ਤਰ੍ਹਾਂ ਹੈ। ਐਥੀਇਸਟ ਸਾਰੇ ਹਿੰਦੂਸ ਇਕੱਠੇ ਹੋਏ ਨੇ, ਐਥੀਇਸਟ ਨੇ, ਔਰ ਕੋਈ ਪਤਾ ਨਹੀਂ ਕਿੱਥੇ ਰਹਿੰਦੇ ਨੇ। ਤੇ ਇੰਜ ਦੇ ਲੋਕ ਬਹੁਤ ਨੇ, ਮੁਖਤਲਿਫ ਇਹਨਾਂ ਨੇ ਪਲੇਟਫਾਰਮਸ ਵੰਡੇ ਨੇ ਔਰ ਬਕਾਇਦਾ ਏਜੰਸੀਆਂ ਨੇ ਇਹਨਾਂ ਨੂੰ ਬਿਠਾਇਆ ਹੈ ਔਰ ਪੇਡ ਨੇ ਪੈਸਾ ਮਿਲਦਾ। ਸਮਝ ਆਈ ਕਿ ਨਹੀਂ? ਤੇ ਇਹਨਾਂ ਲੋਕਾਂ ਨੂੰ ਇੰਨਾ ਹਲਕਾ ਨਾ ਸਮਝੋ। ਇੱਕ ਇਨਫੋਰਮੇਸ਼ਨ ਦੇਣੀ ਚਾਹੁੰਦਾ ਤੁਹਾਨੂੰ
ਇਹ ਪਿਛਲੇ 10 ਦਿਨ ਤੋਂ ਨਾ ਇਹਨਾਂ ਨੇ ਇੱਕ ਪੜ੍ਹੀਆਂ ਲਿਖੀਆਂ ਲਜਨਾ ਦੀ ਬਰੋਡ ਜਿਹੜੀ ਹੈ 2 ਡਿਫਰੈਂਟ ਵੇ ਦੇ ਵਿੱਚ ਇਹਨਾਂ ਨੇ ਇਹ ਉਹਨਾਂ ਨੇ ਰਿਅਲਾਈਜ਼ ਕੀਤੀ ਹੈ। ਇੱਕ ਲਜਨਾ ਦੀ ਜਿਹੜੀ ਹੈ ਬਰੋਡ ਉਹ ਨਾ ਜੀ ਦੇਸੀ ਔਰਤਾਂ ਨੂੰ ਲੈਂਦੀਆਂ ਨੇ ਆਪਣੀ ਬਰਾੜ ਦੇ ਉੱਤੇ, ਪਹਿਲੇ ਬੜੇ ਮੁਸਲਮਾਨ ਤੇ ਬਣ ਕੇ ਨਾਤਾਂ ਸ਼ਾਤਾਂ ਦੇ ਲੜਨ ਪੜਨ, ਬਾਅਦ 'ਚ ਉਹ ਆਪਣਾ ਪ੍ਰਚਾਰ ਕਰਦੀਆਂ ਨੇ। ਔਰ ਇੱਕ ਦੇ ਅਗੇਂਸਟ ਜਿਹੜੀ ਹੈ ਕਿ ਲਜਨਾ ਦੀ ਬਰਾੜ ਦੂਜੀ ਹੈ ਉਹ ਬਦਦੁਆਵਾਂ ਦਿੰਦੀਆਂ ਨੇ। ਇਹ ਨਵਾਂ ਇਨਕਸ਼ਾਫ ਜੇ ਮੈਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸ ਰਿਹਾ ਤੁਹਾਨੂੰ ਜੀ। ਮੈਂ ਇਹਦੇ ਤੇ ਵੀ ਅਰਜ਼ੀ ਪੇਸ਼ ਕਰਨਾ ਵਾ। ਬਾਤ ਹੈ ਵੇ ਕਿ ਲੜਕੀ ਇੱਕ ਚੀਜ਼ ਹੀ ਐਸੀ ਹੈ, ਨਸਵਾਨੀ ਆਵਾਜ਼ ਆਉਂਦੀ ਹੈ ਸਾਹਮਣਿਓਂ ਤੇ ਉਹ ਹੋ ਮਰਦ ਫਿਰ ਮਰਦ, ਉਹ ਭਾਵੇਂ ਬੁੱਢਾ ਹੀ ਕਿਉਂ ਨਹੀਂ, ਭਾਵੇਂ ਜਵਾਨ ਹੈ, ਕੋਈ ਮਸਲਾ ਨਹੀਂ, ਬਸ ਨਸਵਾਨੀ ਆਵਾਜ਼ ਆਣੀ ਚਾਹੀਦੀ। ਉਹ ਆ ਗਈ ਤੇ ਉਹ ਹੋ ਦਿਲ ਪਸ਼ੋਰੀ ਹੋ ਜਾਂਦਾ, ਉਹ ਇੰਜ ਦਿਲ ਪਸਿੱਜ ਜਾਂਦਾ। ਸਮਝ ਆਈ ਕਿ ਨਹੀਂ? ਰੋਲੇ ਵਿੱਚ ਬੜੇ ਨੇ ਇਹ ਲੜਕੀ ਦਾ ਕਾਰਡ ਤੇ ਖੇਡਦੇ ਹੀ ਨੇ। ਔਰ ਜ਼ਾਤੀ ਤੌਰ ਤੇ ਸਾਡੇ ਅਸੀਂ ਤੁਹਾਡੇ ਸਾਹਮਣੇ ਬੈਠੇ ਆ, ਸਾਡੇ ਤੇ ਬੜੀ ਵਾਰੀ ਇਹ ਜਾਲ ਸੁੱਟਿਆ ਗਿਆ ਔਰ ਇਹ ਕਾਰਡ ਖੇਡਿਆ ਗਿਆ, ਅਸੀਂ ਇਹਨਾਂ ਦੇ ਹੱਥੇ ਨਹੀਂ ਚੜੇ। ਮੈਨੂੰ ਇੱਕ ਗੱਲ ਯਾਦ ਆ ਗਈ ਹੈ, ਵੇਖੋ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹੋਇਆ, ਮੈਨੂੰ ਗੱਲ ਯਾਦ ਆ ਗਈ ਹੈ। ਇੱਕ ਦਿਨ ਸਵਾਲ ਚੱਲ ਰਿਹਾ ਸੀ ਮਿਰਜ਼ੇ ਦੇ 5ਵੇਂ ਬਲੂੰਗੇ ਦਾ, ਉਹ ਲੱਭੋ ਬਿੱਲੀ ਕਿੱਥੇ ਦੇ ਗਈ ਏ, ਤੇ ਉਹਦੇ ਵਾਸਤੇ ਇੱਕ ਬੰਦਾ ਉੱਠਿਆ, ਉਹ ਆ ਕੇ ਤੇ ਸਵਾਲ ਹੁਸੈਨੀ ਸਾਹਿਬ ਕੋਲ। ਸੈਣੀ ਸਾਹਿਬ 5ਵਾਂ ਬਲੂੰਗਾ ਬਾਰ-ਬਾਰ ਏਡੇ ਅਦਬ ਨਾਲ ਆਪਣੇ ਦਾਦਾ ਜੀ ਦਾ ਨਾਂ ਲੈ ਰਹੇ ਨੇ ਤੇ ਆਂਦੇ ਨੇ ਪੋਤਰਾ ਵੀ ਪੁੱਤਰ ਹੀ ਹੁੰਦਾ ਵੇ। ਉਹਨੇ ਆਖਿਆ ਮੇਰਾ 5-500 ਦਾ ਔਰ 1000 ਯੂਰੋ ਡਾਲਰ ਦਾ ਨਾ ਸ਼ਰਤ ਲੱਗੀ ਹੈ ਤੇ ਮੈਂ ਫਿਰ ਜਿੱਤ ਗਿਆ। ਉਹਨੇ ਆਖਿਆ ਮੈਨੂੰ ਨਹੀਂ ਪਤਾ। ਉਹਨੇ ਆਖਿਆ ਉਹ ਬਾਰ-ਬਾਰ ਉਹ ਬੰਦਾ ਜਿਹੜਾ ਵੇ ਮੇਰੇ ਵਾਂਗੂ ਝਟਕਾ ਜਿਹਾ ਸੀ, ਆਇਆ ਚਾਹ ਨਾਲ ਪੁੱਛਣ ਵਾਸਤੇ ਵੀ ਚਲੋ ਤੁਹਾਡੇ ਕੋਲੋਂ ਕਿਲੇ ਸੁਣਿਆ ਸੂ, ਲੈਦਾ ਹੋ ਕੇ ਤੇ ਮੈਂ ਉਹਦੇ ਜ਼ਿਹਨ ਵਿੱਚ ਸਵਾਲ ਸੀ ਕਿ ਨਾਂ ਦੀ ਬਰਾੜ ਦੀ ਨਾਂ ਦੀ ਵਜ੍ਹਾ ਤੋਂ ਨਾ ਅਸੀਂ ਕਈ ਵਾਰ ਫਸ ਜਾਂਦੇ ਆ। ਹੁਣ ਉਹ ਗੱਲ ਫਿਰ ਬਾਅਦ ਚ ਕਰਨੇ ਆ। ਉਹ ਨਾ ਮੈਨੂੰ ਨਹੀਂ ਪਤਾ ਲਿਖਿਆ ਹੈ ਕਿੱਥੇ, ਮੈਨੂੰ ਨਹੀਂ ਪਤਾ ਲਿਖਿਆ ਹੈ। ਬਾਰ-ਬਾਰ ਡਿਫੈਂਡ ਕਰਨਾ ਉਸ ਰਿਕਾਰਡਿੰਗ ਨੂੰ ਕੋਈ ਬੰਦਾ ਵੇਖ ਲਵੇ, ਦੁਬਾਰਾ ਸੁਣ ਲਵੇ, ਇੰਨਾ ਕੁ ਇਸ ਬੰਦੇ ਨੇ ਹਿਕਮਤ ਅਮਲੀ ਪਹਿਨਾਈ ਏ। ਜਿਹੜਾ ਇਹ ਬੰਦਾ ਵੇ ਹੁਸੈਨੀ ਨਾਂ ਦੀ ਬਰਾੜ ਚਲਾ ਰਿਹਾ, ਜ਼ਾਹਰੀ ਤੌਰ ਤੇ ਆਵਾਜ਼ ਦੇ ਵਿੱਚੋਂ ਲੱਗਦਾ ਹੈ ਬਜ਼ੁਰਗ, ਬਾਰੋਬ ਬੰਦਾ ਵੇ ਕਿ ਬੜਾ ਸਿਆਣਾ ਬਿਆਣਾ ਬੰਦਾ ਵੇ। ਕੁਰਾਨ ਹਦੀਸ ਦੇ ਵਾਕਿਆਤ ਮਦਮ ਕਰਕੇ ਡਿਫੈਂਸ ਦੇ ਵਿੱਚ ਦੇਣੇ, ਕਦੀ ਖੋਲ ਕੇ ਆਪਣਾ ਅਕੀਦਾ ਬਿਆਨ ਨਾ ਕਰਨਾ। ਸਰ ਤੁਸੀਂ ਨਾ ਇੱਕ ਦਿਨ ਮੌਜੂ ਰੱਖੋ ਕਿ ਮੁਨਾਫਿਕ ਦੀ ਨਿਸ਼ਾਨੀ ਕੀ ਹੈ। ਮੈਨੂੰ ਕੋਈ ਬੰਦਾ ਫਤਵਾ ਲਾਏ ਨਾ ਆਖੇ ਕਿ ਸੈਯਦ ਤਕੀ ਸ਼ਾਹ ਜੀ ਤੁਸੀਂ ਮੁਨਾਫਿਕ ਹੋ, ਮੈਂ ਆਖਾਂ ਜੀ ਮੈਨੂੰ ਦੱਸੋ ਮੈਂ ਕਿਵੇਂ ਮੁਨਾਫਿਕ ਆ। ਮੈਂ ਐਲਾਨ ਕਰ ਰਿਹਾ ਵਾਂ ਇਸ ਅਕੀਦੇ ਦਾ ਤੇ ਇਸ ਅਕੀਦੇ ਉੱਤੇ ਮੈਂ ਲਾਨਤ ਕਰ ਰਿਹਾ ਵਾਂ। ਮੈਂ ਮੁਨਾਫਿਕ ਕਿਵੇਂ ਹੋ ਗਿਆ? ਮੇਰਾ ਤੇ ਹੋ ਗਿਆ ਵਾਜ਼ਿਆ। ਮਿਸਾਲ ਦੇ ਦਿੱਤੀ ਹੈ, ਮੈਂ ਕਿਸੇ ਬੰਦੇ ਨੇ ਇਸ ਤਰ੍ਹਾਂ ਕੋਈ ਬੁਰੀ ਲੱਗਦੀ ਹੈ, ਮੈਂ ਆਪਣੇ ਤੇ ਇਸ ਤੋਂ ਰੱਖੀ ਹੈ। ਉਹ ਬੰਦੇ ਨੂੰ ਆਖੋ ਹਾਂ ਇੱਕ ਦਿਨ ਨਾ ਫਿਰ ਸੱਚੀ ਇੱਕ ਜਵਾਨ ਨੇ ਨਾ ਗਾਜ਼ੀ ਮਰਦ ਮੁਜਾਹਿਦ ਤੁਹਾਡੇ ਵਰਗੇ ਕੋਈ ਤੁਹਾਡੇ ਸਿਪਾਹੀ ਨੇ ਸਵਾਲ ਕਰ ਹੀ ਦਿੱਤਾ ਇਹ ਸੈਣੀ ਬਰਾੜ ਵਾਲੇ ਬੰਦੇ ਦੇ ਉੱਤੇ। ਆਂਦੇ ਨਹੀਂ ਅਕੀਦਾ ਸਾਡਾ ਵੀ ਠੀਕ ਹੈ, ਅਸੀਂ ਵੀ ਅੱਛਾ ਨਹੀਂ ਸਮਝਦੇ। ਉਹ ਯਾਰ ਅੱਛਾ ਨਾ ਸਮਝਣਾ, ਤੁਸੀਂ ਆਪਣੇ ਮੂੰਹ ਚ ਆਖੋ ਹਾਂ ਕਿ ਜਿਹੜਾ ਸਰਕਾਰ ਦੇ ਮੁਕਾਬਲੇ ਤੇ ਆਵੇ, ਸਰਕਾਰ ਦਾ ਹਮ ਸ਼ਕਲ ਬਣੇ, ਉਹਨਾਂ ਦੀ ਫੋਟੋ ਕਾਪੀ ਬਣੇ, ਉਹ ਲਾਹਨਤ ਹੈ ਉਸ ਬੰਦੇ ਦੇ ਉੱਤੇ। ਲਾਹਨਤ ਹੈ ਜਿਹੜਾ ਸਰਕਾਰ ਦੀ ਕਿਸੇ ਹਦੀਸ ਦਾ ਹੀ ਮੁਨਕਰ ਹੋਵੇ ਤੇ ਉਹ ਤੇ ਫਿਰ ਹਜ਼ਰਤ ਈਸਾ ਬਣ ਰਿਹਾ ਵੇ, ਕਿਤਲੇ ਖੁਦਾ ਬਣ ਰਿਹਾ, ਕਿਤਲੇ ਮਰੀਮ ਬਣ ਰਿਹਾ। ਉਹਨੂੰ ਮੈਂ ਇੱਕ ਦਿਨ ਮੈਂ ਕਿਹਾ ਸਰ ਤੁਸੀਂ ਆਪਣਾ ਨਾਂ ਨਹੀਂ ਦੱਸਦੇ, ਚਲੋ ਹੁਸੈਨੀ ਸਾਹਿਬ ਇੱਕ ਦਿਨ ਨਾ ਮਿਰਜ਼ੇ ਦੀ ਜ਼ਾਹਰੀ ਜ਼ਿੰਦਗੀ ਤੇ ਪੜ੍ਹਨੀ ਸ਼ੁਰੂ ਕਰੋ। ਆਂਦਾ ਜੀ ਤੁਸੀਂ ਕੁਰਾਨ ਹਦੀਸ ਵੱਲ ਰਵੋ, ਤੁਹਾਨੂੰ ਕੀ ਲੱਗੇ ਬਈ ਇਹ ਸਵਾਲ ਕੌਣ ਕਰਦਾ ਹੈ? ਮੈਂ ਸਵਾਲ ਕਿਉਂ ਕਰ ਰਿਹਾ ਵਾਂ? ਮੈਂ ਇਸ਼ਕੇ ਨਬੀ ਵਿੱਚ ਮੁਖਾਲਫਤ ਕਾਦੀਆਨੀਅਤ ਵਿੱਚ ਮੈਂ ਕਰਦਾ ਸਾਂ ਪਿਆ ਕਿ ਮੈਨੂੰ ਸਕੂਨ ਆਵੇਦਾ ਉਸ ਗੰਦੇ ਦੀ ਜ਼ਿੰਦਗੀ ਜ਼ਾਹਰ ਕਰਕੇ ਮੇਰੇ ਨਵੇਂ ਨੌਜਵਾਨਾਂ ਮੁਜਾਹਿਦਾਂ ਨੂੰ ਜਿਹੜਾ ਕਿ ਉਹ ਸੁਣਾ ਰਹੇ ਨੇ, ਜ਼ਹਿਰ ਘੋਲ ਰਹੇ ਨੇ ਫਿਤਨਾ, ਕਿ ਉਹ ਮੇਰੇ ਜਵਾਨਾਂ ਨੂੰ ਪਤਾ ਲੱਗੇ, ਮੁਜਾਹਿਦਾਂ ਨੂੰ ਪਤਾ ਲੱਗੇ ਕਿ ਇਹ ਸਾਡੇ ਬਜ਼ੁਰਗੇ ਦੀਨ ਜਿਹੜੇ ਨੇ ਇਹ ਜਿਹੜੀ ਗੱਲ ਕਰ ਰਹੇ ਹੁੰਦੇ ਨੇ ਹੱਕ ਦੀ ਆਵਾਜ਼ ਉਠਾ ਰਹੇ ਨੇ ਔਰ ਵਾਕਈ ਆਹ ਵਾਕਿਆਤ ਜਿਹੜੇ ਨੇ ਇਹ ਸੱਚੇ ਨੇ। ਹਰ ਪਾਸੋਂ ਯਕਦਮ ਆਵਾਜ਼ ਉੱਠੇ ਤੇ ਕਿੰਨੀ ਤਾਕਤ ਰੱਖਦੀ ਹੈ। ਤੁਸੀਂ ਇਕੱਲੇ ਹੋ, ਅਸੀਂ ਤੁਹਾਡੇ ਨਾਲ ਸੁਣਨ ਵਾਲੇ ਲੱਖਾਂ ਕਰੋੜਾਂ ਦੇ ਵਿੱਚ ਤੁਹਾਡੀਆਂ ਦੁਆਵਾਂ ਲਈ ਤੁਹਾਡੇ ਫੌਜੀ, ਤੁਹਾਡੇ ਭਰਾ ਸੱਜੇ ਖੱਬੇ ਦਸਤੇ ਬਾਜ਼ੂ ਆ ਮੁਫਤੀ ਸਾਹਿਬ।
ਅਸੀਂ ਕੋਈ ਇੱਕ ਇਹ ਨਹੀਂ ਕਿ ਦੁਨੀਆ ਵਾਂਗੂ ਕਿ ਪੈਸਿਆਂ ਤੇ। ਔਰ ਮੈਂ ਚੈਲੰਜ ਦੇ ਨਾਲ ਆਨਾ ਵਾਂ, ਇਹ ਬੰਦਾ ਪੈਸੇ ਲੈਂਦਾ ਵੇ, ਇਹ ਬੰਦਾ ਆਪਣਾ ਨਾਂ ਸ਼ੋਅ ਕਰੇ, ਆਪਣੀ ਫੋਟੋ ਲਾਏ ਆਪਣੀ ਆਈਡੀ ਦੇ ਉੱਤੇ, ਮੈਂ ਇਹਦਾ ਸ਼ਜਰਾ ਨਸਬ ਦੱਸਾਂ ਦਾ, ਮੈਂ ਸਾਰਾ ਇਹਦਾ ਦੱਸਾਂ ਦਾ ਕਿ ਇਹ ਬੰਦਾ ਕੀ ਕਰ ਰਿਹਾ ਵੇ। ਔਰ ਇਹਦੀ 1 ਸਾਲ ਤੋਂ 1 ਸਾਲ ਦੇ ਅੰਦਰ ਅੰਦਰ ਜਿਹੜੀ ਇਹਦੀ ਇਨਕਮ ਹੈ ਨਾ, ਸਾਰੀ ਇਹਦੀ ਅਕਾਊਂਟ ਕਰਾ ਕੇ ਦੱਸਾਂ ਦੇ ਕਿ ਇਹਨੂੰ ਕਿੰਨਾ ਚਿਰ ਹੋ ਗਿਆ ਇਸ ਮਿਸ਼ਨ ਨੂੰ ਚਲਾਉਂਦਿਆਂ, ਤੇ ਇਹ ਬੰਦੇ ਦਾ ਰੋਜ਼ਗਾਰ ਹੀ ਸਾਰੇ ਵੇ, ਜਾਂ ਇਹ ਆਪਣਾ ਮਿਸ਼ਨ ਸ਼ੋਅ ਕਰੇ। ਬਿਸਮਿਲ੍ਲਾ, ਮਾਜ਼ਰਤ। ਅੱਛਾ ਜਜ਼ਾਕੱਲਾ, ਮੈਨੂੰ ਉਹ ਮੌਜੂ ਹੀ ਭੁੱਲ ਗਿਆ ਹੁਣ ਮੈਂ ਕਿਹੜੀ ਗੱਲ ਕਰ ਰਿਹਾ ਸੀ। ਅੱਛਾ ਆਸਫ ਜੱਟ ਨੂੰ ਕਿਨੇ ਕਾਲ ਤੇ ਲਿਆ? ਕੋਈ ਗੱਲ ਤੁਸੀਂ ਸਾਰੋ ਉਹ ਗੱਲ ਕਰ ਰਹੇ ਸੋ ਭਾਈ ਯਾਰ, ਸਹੀ ਸਾਹਿਬ ਇੱਕ ਸੈਕਿੰਡ, ਸਹੀ ਸਾਹਿਬ ਪਟੇਲ ਸਾਹਿਬ ਰੁਕੋ ਜ਼ਰਾ, ਉਹ ਕਰ ਰਹੀਆਂ ਨੇ ਬਰਾਡ ਤੇ ਤੁਸੀਂ ਸਹੀ ਸਾਹਿਬ ਰੁਕ ਜਾਓ ਜ਼ਰਾ, ਥੋੜੇ ਸੋਹਣੇ ਰੁਕ ਜਾਓ ਜ਼ਰਾ ਥੋੜੀ ਦੇਰ ਲਈ। ਜੀ ਆਸਫ ਜੱਟ ਸਾਹਿਬ ਤੁਸੀਂ ਕੀ ਕਹਿਣਾ? ਮੁਫਤੀ ਸਾਹਿਬ ਤੁਸੀਂ ਗੱਲ ਕਰ ਰਹੇ ਸੀ, ਦੱਸ ਰਹੇ ਸੀ ਇਹਨਾਂ ਦੀ ਕਿਸਮਤ ਦੱਸ ਰਹੇ ਸੀ ਕਿ ਐਥਨ ਕਿਸਮ ਦੇ ਇਸ ਤਰ੍ਹਾਂ ਦੇ ਨਾ ਜੀ ਡਿਫਰੈਂਟ ਕਿਸਮ ਦੇ ਨਾ ਜੀ ਲੋਕ ਨੇ ਜਿਹੜੇ ਕਿ ਆਪਣੇ ਚਿਹਰੇ ਬਦਲ ਕੇ ਆ ਰਹੇ ਨੇ ਜੀ। ਇਹ ਸਾਰੀ ਕਾਦੀਆਨੀ ਦੇ ਮੁਤਲਕ ਨਾ ਤੁਹਾਡਾ ਲਾਸਟ ਲਫ਼ਜ਼ ਇਹ ਸੀ ਕਿ ਬੀਬੀ ਚੀਜ਼ ਹੀ ਐਸੀ ਏ, ਇਹ ਗੱਲ ਤੁਸੀਂ ਸੁਣਾ ਰਹੇ ਸੋ। ਹਾਂ ਤਾਂ ਉਹ ਐ ਵੇ ਕਿ ਮੌਜੂ ਫਿਰ ਥੋੜਾ ਜਿਹਾ ਭੁੱਲ ਜਾਂਦਾ ਹੈ ਯਾਰ। ਪਲੀਜ਼ ਮੁਫਤੀ ਸਾਹਿਬ ਇੱਕ ਸੈਕਿੰਡ ਪਲੀਜ਼, ਜਦੋਂ ਮੁਫਤੀ ਸਾਹਿਬ ਬੈਠੇ ਹੋ ਉਹਨਾਂ ਦੇ ਸਾਰੇ ਬੰਦੇ ਮਿਊਟ ਕਰਕੇ ਨਾ, ਤੇ ਜਸਟ ਲਿਸਨ ਟੂ ਹਿਮ ਪਲੀਜ਼ ਉਹਨਾਂ ਨੂੰ ਸੁਣਿਆ ਕਰੋ ਜੀ। ਮਿਹਰਬਾਨੀ ਤੁਹਾਡੀ, ਮਾਜ਼ਰਤ ਚਾਹਨਾ ਜੀ ਮੁਫਤੀ साहब। सैयद साहब माजरत। अच्छा ठीक हो गया। अच्छा गुजारिश है कि अच्छा उर्दू में ही बात करते हैं। ये जनाब ये लड़की का अब इन्होंने ये पुरानी चीजें हैं, नई चीजें नहीं है। औरत का लड़की का कार्ड खेला जाता है और बहकाया जाता है, ये तो बड़ी पुरानी तरीके है ना, तो अभी भी वो कर रहे हैं, लड़की का कार्ड खेल रहे हैं। यहाँ पर मैं एक बात करूंगा, ये तस्वीर जरा देख लें और इसके बाद फिर मैं अगली बात करता हूँ ताकि रिकॉर्डिंग के अंदर आ जाए। ये तस्वीर है और ये वेबसाइट है, वेबसाइटें और भी बड़ी हैं। जुर्ते तहकीक, बेचारा अबू लहब, हुसैन के कातिल कौन थे, लोंडी का सितर रिवायात की रोशनी में, इस्लामोफोबिया, मार्का बलातो शोहदा, मत कत्ल करो आवाजों को, हजरे असवद और करामता, गुमशुदा वर्क। बस इतना ही दिखा के आगे मैं गुफ्तगू करता हूँ। बड़ी पुरानी बात है, तकरीबन कोई 25 साल हो गए हैं तकरीबन, जब पाल टाक का दौर था, याहू मैसेंजर होता था, गूगल बाद में आई थी, फेसबुक बाद में आई है, ट्विटर बाद में आई है। पहले वो छोटा सा एक इन्होंने इंटरनेट के ऊपर पाकिस्तान के अंदर सोशल मीडिया का पहला नेटवर्क तस्वुर किया जाता है। ये पालटाक के अंदर ग्रुप होते थे, रूम होते थे, और मुख्तलिफ रूम के अंदर बैठ के, जैसे अभी आप 5-7 बंदे बैठे हैं, तो वहां पे लड़के लड़कियां बैठ के कोई कहाँ का है, कोई कहाँ का है, कोई कहाँ का, वो गुफ्तगू करते थे, मुनाजरे या डिबेट या मुकालमात या गुफ्तगू, सियासी गुफ्तगू भी, मजहबी गुफ्तगू भी, जैसे यहाँ टिकटॉक पे हो रहा है। तो ऐसे होता था, लेकिन वो तस्वीर नहीं होती थी, वॉइस की सूरत के अंदर या रिटर्न के अंदर। नया नया मैं उस टाइम दरसे नमी कर रहा था, अभी दर्जा सानिया में था, तो मैंने कंप्यूटर खरीद लिया और नेट को इस्तेमाल करना शुरू कर दिया। हमने भी अपना रूम भी बनाया, दीगर रूम्स के अंदर भी हम जाते। वो मेरा नया नया दौर था। वहां पर ये अयाज निजामी से बात हुई, मेरी टॉकिंग हुई। बंदा बात करता था कुरान और हदीस की, लेकिन कुरान और हदीस का रद्द करता था।
میں نے کہا میں مذہبی طور پہ مطلب ایک مولوی، میں نے کہا یہ کیا ہو رہا ہے. میں اسی ٹائم ہی، حالانکہ بچہ تھا میں، لیکن مجھے سمجھ تو سب تھی ہو کیا رہا ہے. گفتگو شروع ہوئی جناب. گفتگو شروع ہوئی. ہمارے فلسفہ کی بحثوں کے اندر ایک بحث ہے جزء لا یتجزا. وہ گفتگو کر رہا تھا کہ اس کائنات کا کریٹر کوئی نہیں ہے، اللہ یہ ایک فرضی مسلمانوں نے بنایا ہوا ہے ایک ذات کو، یہ کائنات اللہ نے نہیں بنائی. بات چلتے چلتے جزء لا یتجزا تک پہنچی، اور حالانکہ میری فلسفے کی کتاب میں نے اگلے درجوں میں جا کے پڑھنی تھی، تو صرف اس بندے سے ٹاکنگ کرنے کے لیے یہ جو سبجیکٹ تھا میں نے اسی ٹائم استادوں سے سمجھا یہ کیا ہے، مجھے سمجھائیں. وہ اعتراضات جو وہ کرتا تھا، کیونکہ یہ گفتگو کئی دن تک چلتی رہی، جو کرتا تھا وہ پھر میں نے تیاری کرنی، پڑھنا، کچھ اساتذہ سے پوچھنا. یہ آپ کے پاکستان کے اندر پہلا ملحد تھا، اردو سپیکنگ ملحدین کا، اس کو استاد، آج بھی ملحدین اپنا استاد اس کو مانتے ہیں. علامہ یاد نظامی اس نے اپنا نام ایک نک نیم دیا ہوا تھا. یہ جو تصویر ابھی نظر آئی ہے، یہ تصویر تو اس کے پکڑے جانے کے بعد کی تصویر ہے. دیکھا آپ نے داڑھی رکھی ہے، بندہ پکڑا جاتا ہے، ایجنسیز اس کو پکڑ لیتی ہیں، تو بندہ کراچی کا ایک بہت بڑا مدرسہ ہے، وہ میں نام نہیں لیتا، نیٹ کے اوپر سب موجود ہے، آپ جا کے خود ہی دیکھ لیں. اس کا شیخ الحدیث تھا. صبح کے ٹائم پگ باندھ کے داڑھی رکھ کے بچوں کو پڑھاتا تھا، رات کو وہ سوشل میڈیا پہ ٹک ٹاک کے اوپر. اور یہی بندہ پھر بعد میں کنورٹ ہوا تھا فیس بک، جب آ گیا تھا تو فیس بک کے اوپر اس نے اپنا کام شروع کیا. تو اس کے ساتھ ہماری ڈیبیٹ ہوتی رہی، بڑی دیر چلتی رہی، اور اس کو پکڑوانے کے اندر بھی ہمارا ہی ہاتھ تھا الحمدللہ. تو جناب جب اس کو پکڑا نا، جس رات اداروں نے اس کو پکڑا تو وہ ادارے والے میرے دوست تھے بڑے اچھے، انہوں نے اسی ٹائم ہی مجھے فون کر کے بتا دیا، شاہ جی ہوتی تھی ایڈی ایڈی داڑھی جے، وہ فلاں مدرسے دا مولوی جے ہے. میں حیران. اصل نام ادھر تھا مفتی وحید. بڑا کچھ دیکھا ہے ہم نے. جب انکوائری ہوئی پتا چلا کہ وہ تھا یہودیوں کا ایجنٹ. انکوائری رپورٹ بعد میں آئی، بندہ جیل میں ابھی بیٹھا ہے اور سزائے موت اس کو ہو چکی ہے. اور اس کی ٹیم کے پھر بندے، انہوں نے پھر بینسا پیج بنایا اور اس طرح کے پیجز بنائے انہوں نے فیس بک کے اوپر. بہت اسلام کے خلاف انہوں نے بکواسیات کی. جو ابھی ہم یہ گفتگو کرتے ہیں یہ تو کر چکے ہیں، ہم بڑے بڑے دیکھے ہیں ہم نے. یہ تو چیزیں ہی کوئی نہیں ہے. یہ ٹک ٹاک کے جو ملحدین ہیں، جو اس قسم کے یہ رنگیلے ہیں، یہ ہمارے ہاتھوں کی میل ہے. ہم نے بڑے بڑے برج الحمدللہ دیکھے ہوئے ہیں اور نپٹا ہوا ہے ان سے. تو یہ پھر بینسا پیج کے سارے ایڈمن جو تھے ان کی پکڑ دکڑ شروع ہوئی، وہ باہر فرار ہو گئے، دوڑ گئے. ان کے کچھ بندے پکڑے گئے، کچھ فرار ہو گئے. وہ جو فرار ہوئے ہیں نا، وہ ابھی بھی باہر بیٹھے ہیں. سمجھ آئی کہ نہیں؟ اور میں نام نہیں لیتا، مجھے شک ہے یہ بندہ وہی ہے
फलां फलां आईडी वाला बंदा वो है, फलां आईडी वाला बंदा वो है, क्योंकि उनकी वॉइसेस हमारे सामने नहीं है, वो रिटर्न के अंदर काम करते थे। हाँ, उनकी तस्वीरें, वीडियोस, यानी बाद में उनकी तस्वीरें एजेंसियों ने लीक की थी कि ये बैंसा पेज वाले ये बंदे हैं, तो ये अगर कैमरे ऑन करें तो सब हकीकत सामने आ जाए, कैमरे नहीं ऑन करते। तो इन्हीं के वो शागिर्द, चमचे कड़छे, ये सारे तैयार करदा ये लोग हैं। ये जो मेरा जिस्म मेरी मर्जी वाली निकलती हैं साल बाद पाकिस्तान के अंदर, ये उसी की शागिर्दनी है, वो ही है, वही तबका। वो पाकिस्तानी मुल्हिद के नाम से हारिस सुल्तान, वो भी उसका शागिर्द है। गालिब कमाल है, एथीएस दैरी है, वो भी उसका शागिर्द है। ये सच वाला और इसकी पूरी टीम, ये सारे वो ही हैं। टिक टाक के ऊपर भी मैं देख रहा हूं, ये वो ही हैं। इनका ये तरीका वारदात हमारे लिए नया नहीं है। ये जो सुल्तान है, ये भी उन्हीं का ही ग्रोह है, ग्रोह का एक फर्द है। ये इनका ड्रामा होता है, ये ड्रामे हम देख चुके हैं, पुराने ड्रामे हैं। ये जो करता है ना, मुझे हंसी आती है यार, ये कर क्या रहे, ये हमें काके समझते हैं कि ये इन्होंने कोई पता ही कख नहीं है। ड्रामे मुफ्ती साहब, मैं तो आपका जो फैन हूँ, आपका बंदा हूँ, आप कह रहे हैं कि ये उनकी ग्रुप है। चुप हो जाए, चुप कर तू, बंदे दा बच्चा बन। तो ये सब देख चुके हैं हम, हमारे लिए ये कोई नई चीजें नहीं है। नई चीजें होना कोई नवी चीज जी, ये सब हमारी ट्रेनिंग हो चुकी है, हम देख चुके हैं। अब तो देख देख के और सुन सुन के कन पीड़े हो गए ने, दिल पत्थर हो गए ने। कन समझ आई कि नहीं? हुण कुछ समझ इन्हां नूं वेख के असीं उंज तफरी लैने आ। हुण वो दौर साडे ते गुजर रहे है, तफरी लैने। रही बात डिबेट दी, डिबेट असीं कर चुके हैं तुहाडे नाल, तुहाडे वड्डे बाबियां नाल कर चुके हैं। वो कुछ भी नहीं साडे अगे, अल्लाह दे हुक्म नाल। ते तुसीं की शैव कादियानियां दा प्यो तसव्वुर कीता जांदा है अंसर रजा मुरब्बी, वो जेड़ा अहमदिया रेडियो चैनल ते आंदा है। वो मेरे कोलों आजज कोलों, मैं वड्डे बोल नहीं बोलदा, नेट ते सब कुछ मौजूद है। वो मुनादरे तो नसे है। अहमदिया रेडियो दी टक्कर दे विच फिर असी अपना एक रेडियो बनाया सी कैनेडा तो। अनवारे खत्मे नबूवत, वो प्रोग्राम दा नाम मैनू ही पुछ के उन्होंने रखिया सी। आंदे सन की नाम रखिए, मैं क्या नाम रखो। एक दिन आंदा हुंदा सी अंसर रजा अहमदिया रेडियो तो, एक दिन मेरा प्रोग्राम चलता सी। कोई 2 साल ओ रेडियो चले आवे ते बाद चो इन्हों ने फिर वो बैन करा दिता, वो बंदियां लवा ते बाहर लै वे के अंसर रजा तो वड्डा कोई कादियानियां दे विच कोई मुरब्बी नहीं है, याद रखिए। अंसर रजा तो उत्ते फिर खलीफा दा नंबर आंदा है मसरूर। यानी अगर डिबेटर्स दे विचों अगर समझा जाए तो एक सब तो वड्डा इन्हां जिन्ने भी ने ना कादियानी इनू अपना प्यो समझदे ने। ਉਹਨੂੰ ਅਸੀਂ ਮਸਲ ਦਿੱਤਾ ਹੋਇਆ ਹੈ, ਉਹਨੇ ਬਲਾਕ ਕੀਤਾ ਮੈਨੂੰ, ਬੜੇ ਅਰਸੇ ਦਾ ਬਲਾਕ ਕੀਤਾ ਹੋਇਆ ਹੈ। ਸਕਾਈਪ ਤੋਂ ਉਹਨੇ ਮੈਨੂੰ ਬਲਾਕ ਕੀਤਾ, ਫੇਸਬੁੱਕ ਤੋਂ ਉਹਨੇ ਮੈਨੂੰ ਬਲਾਕ ਕੀਤਾ, WhatsApp ਤੋਂ ਉਹਨੇ ਮੈਨੂੰ ਬਲਾਕ ਕੀਤਾ ਹੋਇਆ ਹੈ। ਉਹ ਸਾਡੇ ਸਾਹਮਣੇ ਟਿਕਦੇ ਨਹੀਂ ਹੈ। ਅਸੀਂ ਕੋਈ ਬੰਦੇ ਤੇ ਨਹੀਂ ਖਾਂਦੇ, ਗੱਲ ਹੀ ਕਰਨੀ ਹੈ ਨਾ ਕਿ ਬੰਦੇ ਖਾਣੇ ਆ। शुक्रिया भाई। तो बात ये है कि रही बात सैयद साहब जो कह रहे थे ये फलां बंदा ये तो इसको बेनका, वो ये कुछ भी नहीं है।
एक आधा आईडी हमारे लिए ये क्या है? कुछ भी नहीं हो, या तो कोई बड़ी अहमियत के हामिल हो ना, या मतलब बड़ा कोई, इनको हम समझते कुछ नहीं, या तो कुछ समझे ना हम, या ये बड़ा कोई फितना हो, या बहुत बड़ा कोई इन्होंने कोई भाई फितने के चांसेस हो कि इन्होंने बड़ा कोई करना है ही कुछ नहीं बेचारे। वो 2-4 ਬੰਦੇ ਲੈ ਕੇ ਬੈਠੇ ਹੁੰਦੇ ਨੇ ਵਿਚਾਰੇ, ਤੁਹਾਡਾ ਕੀ ਜਾਂਦਾ ਹੈ? ਤੇ ਸਾਡੇ ਬੰਦੇ ਵੀ ਜਾ ਕੇ ਮੰਜੀ ਠੋਕ ਆਂਦੇ ਨੇ, ਬਸ ਇੰਨਾ ਨਾ, ਅੱਲਾ ਅੱਲਾ ਤੇ ਖੈਰ ਸੱਲਾ, ਬਸ ਗੱਲ ਮੁੱਕੀ। ਜਦੋਂ ਕੋਈ ਪਾਣੀ ਸਿਰ ਤੋਂ ਉੱਚਾ ਹੁੰਦਾ ਵੇਖਾਂਗੇ ਨਾ ਅਸੀਂ, ਉਹ ਆਪੇ ਹੀ ਅੱਲਾ ਦੇ ਹੁਕਮ ਨਾਲ ਫਿਰ ਨਿਬੇੜ ਲਾਂਗੇ, ਕੋਈ ਗੱਲ ਨਹੀਂ। ਅਸੀਂ ਵੀ ਇੱਥੇ ਹੀ ਆ, ਟਿਕ ਟਾਕ ਤੇ ਹੀ ਆ, ਅੱਲਾ ਖੈਰ ਕੀਤੀ। ਤੇ अच्छा मुफ्ती साहब, ये अहमद कोई हैं जो आपसे बात करना चाहते ਕੁਝ ਵੀ ਨਹੀਂ ਹੋਇਆ, ਐਵੇਂ ਬਕ 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 ਮੁਫਤੀ ਸਾਹਿਬ ਅੱਲਾਹ ਮੀਆਂ ਤੁਹਾਨੂੰ ਕਾਇਮ ਰੱਖੇ, ਤੁਹਾਡਾ ਸਾਇਆ ਸਾਡੇ ਉੱਤੇ ਕਾਇਮ ਰੱਖੇ, ਔਰ ਅਸੀਂ ਹਮੇਸ਼ਾ ਤੁਹਾਡੇ ਨਾਲ ਜੀ ਮਸ਼ਵਰੇ ਦੇ ਜਾਂ ਤੁਹਾਡੀ ਤਾਲੀਮ ਦੇ ਚਾਚਾ ਇਕਬਾਲ ਤਲਬਗਾਰ WhatsApp ਤੇ ਮੇਰੇ ਨਾਲ ਹੁਣੇ ਰਾਬਤਾ ਕਰੋ। ਮੈਂ ਤੁਹਾਡਾ ਨਾਮ ਲਿਖ ਲਿਆ ਲਿਸਟ ਦੇ ਵਿੱਚ, ਹਜੇ ਹੁਣ ਬੈਠੇ ਲਿਖੀਏ। ਠੀਕ ਤਲਬਗਾਰ ਔਰ ਸਾਡੀ ਮਦਦ ਚਾਹੀਦੀ ਮੈਨੂੰ। ਤਿਆਰ ਕਰ ਰਹੇ ਹਾਂ, ਪਤਾ ਜੇ ਕਿ ਨਹੀਂ? ਨਹੀਂ ਮੈਨੂੰ ਪਤਾ ਲੱਗ ਰਿਹਾ ਸੀ, ਥੋੜਾ ਕਿਸੇ ਨੇ ਦੱਸਿਆ। ਕੀ ਪਤਾ ਲੱਗਾ? ਸਮਝ ਨਹੀਂ ਆਈ ਸੀ ਮੈਨੂੰ। ਪਰ ਉਹ ਭਾਈ ਜੀ ਇਹਨਾਂ ਫਿਤਨਿਆਂ ਨਾਲ ਹੀ ਲੜਨ ਵਾਸਤੇ ਵੱਡੀ ਸਤਹ ਤੇ ਜਾਮੀਆ ਬਣਾਉਣ ਲੱਗੇ, ਮਦਰਸਾ ਇੱਕ ਇਦਾਰਾ ਹਾਜ਼ਰ ਇਦਾਰਾ ਬਣਾਉਣ ਲੱਗੇ ਆ। ਉਹ ਬਣਾਉਣਾ ਮੇਰੇ ਚਾਚੇ ਨੇ ਬਣਾ ਕੇ ਦੇਣਾ। ਜਾਨ ਮਾਲ ਅੱਖ ਕੰਨ ਨੱਕ ਨਾਲ ਹਾਜ਼ਰ ਆ ਇਨਸ਼ਾਅੱਲਾ। ਮੈਨੂੰ ਨਹੀਂ ਅੱਖ ਕੰਨ ਨਹੀਂ ਚਾਹੀਦਾ, ਮਾਲ ਚਾਹੀਦਾ, ਨੋਟ ਚਾਹੀਦੇ। ਮਾਲ ਪਹਿਲੇ ਕਹਤਾ ਲਫ਼ਜ਼ अकाउंट डिटेल दो मुफ्ती साहब, ਅੱਖ ਕੰਨ ਮਾਲ ਹਾਜ਼ਰ ਚੀਜ਼ ਨਾਲ ਹਾਜ਼ਰ। ਇਹ ਮੁਫਤੀ ਸਾਹਿਬ ਇਹ ਵੀ ਕਹਿੰਦਾ ਜੇ ਪੇ ਅਕਾਊਂਟ ਡਿਟੇਲ ਦਿਓ ਅਹਿਮਦ ਸੁਲਤਾਨ। ਇਹਨੂੰ ਯਾਰ ਇਹਨੂੰ ਜਾਂ ਤੇ ਚੁੱਪ ਕਰਾ ਦਿਓ ਸੋ, ਤੇ ਜਾਂ ਇਹਨੂੰ ਉਂਝ ਕੱਢ ਦਿਓ ਸੋ। ਐਵੇਂ ਜੇ ਬਕ ਇਹਨੇ ਲਾਈ ਹੁੰਦੀ ਹੈ ਕੋਈ ਜਬੜੀਆਂ ਮਾਰਦਾ। ਅਹਿਮਦ ਸੁਲਤਾਨ ਜਿਹੜਾ ਹੈ ਬਹੁਤ ਇਹ ਵੱਡਾ ਕਾਦੀਆਨੀ ਹੈ, ਮਿਰਜ਼ਾਈ ਹੈ। ਮੈਂ ਇਸ ਦੀਆਂ ਗੱਲਾਂ ਸੁਣੀਆਂ ਜੀ, ਤੇ ਇਹ ਦੋ ਯਾਨੀ ਕਿ ਚਿਹਰੇ ਵਾਲਾ ਬੰਦਾ ਹੈ। ਇੱਧਰ ਆ ਕੇ ਹੋਰ ਗੱਲ ਕਰਦਾ ਹੈ, ਉਧਰ ਜਾ ਕੇ ਹੋਰ ਜਨਾਬਲੀ ਕਰਦਾ ਹੈ। ਅੱਛਾ ਮਲਕ ਸਾਹਿਬ ਇੱਕ ਸੈਕਿੰਡ, ਮੈਂ ਇਹਨਾਂ ਨਾਲ ਬਾਅਦ ਚ ਗੱਲ ਕਰਨੇ ਆ ਜੀ ਮੁਫਤੀ ਸਾਹਿਬ। ਜੀ ਅੱਛਾ ਮੈਂ ਬਈ ਇਹ ਤੁਹਾਡੇ ਵਿੱਚੋਂ ਸੁਹੇਬ ਦਾ ਨਾਮ, ਯੂਸਫੀ ਦਾ, ਬਲਕਿ ਇਹਨਾਂ ਦਾ ਤੇ ਸਭ ਸਰੇ ਫਰਿਸ਼ਤ ਰੱਖਿਆ ਹੈ, ਆਮਿਰ ਮਿਰਜ਼ਾ ਸਾਹਿਬ ਦਾ ਵੀ ਲਿਖਿਆ ਹੈ, ਚਾਚੇ ਇਕਬਾਲ ਦਾ ਵੀ ਲਿਖ ਲਿਆ, ਸ਼ਾਹਿਦ ਭਾਈ ਦਾ, ਮਲਕ ਇਮਰਾਨ ਸਾਹਿਬ ਨੇ, ਮਲਕ ਇਮਰਾਨ ਸਾਹਿਬ, ਇਹਨਾਂ ਦਾ ਨਾਮ ਕੋਈ ਨਹੀਂ ਲਿਖਿਆ ਅਜੇ। ਸੈयद ਸਾਹਿਬ ਜਿਹੜੇ ਬੈਠੇ ਨੇ ਇਹਨਾਂ ਦਾ ਨਾਮ ਅਜੇ ਕੋਈ ਨਹੀਂ ਲਿਖਿਆ, ਤੇ ਸ਼ਾਹਿਦ ਸਾਹਿਬ ਇਹਨਾਂ ਦੇ ਨਾਮ ਤੁਸੀਂ ਲਿਖਵਾਣੇ ਨੇ। नहीं लिख लो इंशाअल्लाह ताला, जड़ा ना कोई मसला नहीं। हाँ बात ये है कि देखिए फितना आगे बढ़ना है मेरे भाइयों, फितना कम नहीं होना। हुजूर अलैहिस्सलाम ने जब फरमाया है फितना बढ़ना है, जब तक हजरत इमाम महदी के पीछे हजरत ईसा अलैहिस्सलाम नमाज नहीं पढ़ लेते, ये फितना बढ़ना है, ये कम नहीं जे होना। तो अभी क़यामत इतनी जल्दी आनी भी नहीं कि ये नहीं कि अगले साल क़यामत आ जानी तो मदरसे बनाने की फायदा है। इतनी जल्दी कोई क़यामत नहीं, वो अभी बहुत कई सदियां लग जाए, कोई पता नहीं। अभी तो ये इस दुनिया का शबाब का दौर है। पहले बचपन था, हजरत आदम अलैहिस्सलाम के दौर के अंदर बचपन था, वो जैसे बच्चा होता है रिड़ता है, ऐसे पहले तो लेटा रहता है, फिर रिड़ता है, फिर थोड़ा सा चलना सीखता है, फिर वो उसका बचपना आता है, फिर शबाब आता है, फिर वो बुढ़ापे की तरफ बढ़ता है ना। 40 साल की उम्र के बाद बुढ़ापे की तरफ गामजन होता है। तो बचपन में जाके वो ही फिर बुढ़ापे के अंदर जाके वही बचपन वाली आते हैं उसके अंदर ओद करती हैं, वापस आती हैं। तो दुनिया का भी मामला अल्लाह ने कुछ इस तरह का ही बनाया है। सूरज तलू होता है, फिर वो सर के ऊपर आ जाता है, तपश उसकी बहुत ज्यादा होती है, फिर गुरूब होता है, ऐसा तपश कम हो जाती है। जब तुलू होता है उस वक्त भी तपश कम होती है। ये निज़ाम कायनात अल्लाह ने कुछ इस तरीके का डिजाइन किया है, ये दुनिया के साथ भी ऐसे ही होना है। अभी शबाब का दौर है, अभी देखे ना साइंस और अरूज के ऊपर है, अभी ये ऐसा सा पीछे जानी है।
ये वही दौर दौरा, अभी पत्थर का दौर दौरा वापस आना है, तलवार का दौर दौरा वापस आना है, क्योंकि हदीसों के अंदर इन्हीं चीजों के जिक्र है, तलवार तीरों के जिक्र हैं। वो आपने देखा गधे की सवारी, दज्जाल गधे के ऊपर सवार होगा, तो वो दौर आना है, अभी वापस आना है। ऊंटों का दौर दौरा होगा, बकरियों का दौर दौरा होगा, यानी लोग बकरियों को चराएंगे, हदीसों के अंदर जिक्र है। तो ये अभी ये सब कुछ खत्म होना है, ये पता नहीं अब जंग लगती है या क्या होना है, अल्लाह ही जानता है, हमें इसका नहीं कोई पता। लेकिन बहरहाल इतना जरूर है, हमारी हदीस हमें ये बता रही हैं कि ये अभी फिर वापस वो ही दौर, पत्थर का जो दौर दौरा था, वापस आना है। और लोग गारों के अंदर रहेंगे, गार का दौर दौर आना है, क्योंकि हदीस के अंदर आता है कि वो हजरत ईसा अलैहिस्सलाम को अल्लाह पाक इरशाद फरमाएगा कि मैं अब ऐसी मखलूक को निकालने लगा हूं कि जिससे तुम की और तुम्हारे रुफाका की लड़ने की ताकत नहीं है, अपने दोस्तों को रुफाका को लेके कोहे तूर के ऊपर चले जाओ। वो फिर गार के अंदर जाके पनाह लेंगे, वहां रहेंगे, फिर याजूजो मजूज को अल्लाह छोड़ेगा, तो ये सारा वो मिलता है। तो बहरहाल अभी क़यामत के इतने कोई करीब नहीं है, तो हमें तैयारी तो करनी है ना। तो एक ऐसा इदारा कम से कम चाचा इकबाल, कोई ऐसा इदारा बनाने का इरादा है कि जिसके अंदर ये डिबेटर तैयार हो, जिसके अंदर इन मुल्हिदीन से लड़ने की सलाहियत पैदा हो, ऐसे उलमा तैयार करे। बहुत खूब, जबरदस्त। ऐसे उलमा के जो हिंदुओं, सिखों, ईसाइयों, यहूदियों से लड़ने की सलाहियत, इल्मी तौर पे लड़ने की सलाहियत रखें। अभी तक हमने चाचा इकबाल, हमने मदरसों के अंदर करोड़ों रुपया दिया, लेकिन उन मदरसों ने मौलवी तैयार किए हैं, वो सिर्फ मस्जिद तक वो रहते हैं बेचारे। आलिम होते हैं, इल्म होता है, उस एक बच्चे के ऊपर लाखों रुपया खर्चा आता है, 8 साल तकरीबन वो पढ़ता है, 3 टाइम का वो खाना खाता है, और उसके किताबों के अखराजात, दीगर अखराजात एक एक बच्चे के ऊपर आते हैं। 8 साल के बाद आपने एक सिर्फ मौलवी तैयार किए, मस्जिद का मौलवी, उसको पता ही कोई नहीं इन मज़ाहब के बारे, क्या इतराज़ात हो रहे हैं, सोशल मीडिया पे क्या जंग लगी हुई है, कितने लोगों के अकायद और नजरियात बर्बाद हो रहे हैं, कोई आलिम नहीं सामने आ रहा। चाचा मुफ्ती साहब, मेरा दिल रो रहा है, खुदा कसम, इस्लाम दुश्मन आगे से आगे बढ़े जा रहे हैं, इनमें इजाफा हुआ जा रहा है, ऐसी तैयारी करांगे ना, तैयारी इजाफा हुआ जा रहा है। मैं रात दिन लड़ता हूँ, रात दिन दुआएं मांगता हूँ अल्लाह ताला के हजूर कि अल्लाह ताला इनको नेस्तो नबूद कर, वो होना वो ये मशीयत इलाही है, हम हिदायत की दुआ करेंगे। लेकिन ये है कि और तरह तरह के चेहरे हैं, तरह तरह के चेहरे हैं जो समझ से बाहर हैं, तरह तरह के चेहरे हैं, इनके समझ से बाहर हैं, समझ नहीं, पता नहीं क्या क्या फराड लगा कर। अंदाजा करें कि अगर आप जरा गौर करें कि अभी मेरा इदारा बन गया होता और मैंने कोई 100 आलिम दीन ऐसा तैयार कर दिया होता, अभी उन्होंने 100 के 100 मैं उनको लाजम करना था, उनके ऊपर ड्यू करना था, उन्होंने 25 बंदे बवो जाके अपना अपना चैनल यूट्यूब का चलाओ, लाइव बवो, 25 बंदे टिकटॉक ਦੀਆਂ ਲਾਈਵਾਂ ਚਲਾਓ, 25 ਬੰਦੇ ਸੁੱਟ ਦਿਓ ਟਵਿੱਟਰ ਦੇ ਉੱਤੇ, ਸਮਝ ਆਈ ਕਿ ਨਹੀਂ? ਉਹ ਗੱਲ ਕੀ ਹੈ? ਉਹ ਗੱਲ ਹੈ ਹੁਣ ਇਹਦੇ ਵਾਸਤੇ ਤੁਹਾਨੂੰ ਤਿਆਰੀ ਕਰਨੀ ਪਏਗੀ, ਬੜੀ ਲੰਬੀ ਚੌੜੀ ਤਿਆਰੀ, ਤੇ ਉਹਦੇ ਵਾਸਤੇ ਕੋਈ ਇਦਾਰਾ ਹੋਏਗਾ ਤੇ ਫੇਰ ਹੀ ਕਰਾਂਗੇ, ਕਿੰਜ ਕਰਾਂਗੇ ਅਸੀਂ? ਬਿਲਕੁਲ ਬਿਲਕੁਲ ਠੀਕ ਹੈ, ਹਜੇ ਤੱਕ ਤੇ ਖਾਬੋ ਖਿਆਲ ਹੀ ਹੈ ਨਾ ਜੀ, ਤੇ ਸਾਰੇ ਦੋਸਤ ਮਿਲ ਕੇ ਯਾਰ ਇਹਨੂੰ ਸਟੈਪ ਲੈਣਾ ਪੈਣਾ, ਜਿਹੜਾ ਵੇ ਤੁਸੀਂ ਇਹਦੇ ਨਾਲ कर सकते हो, तुसी कोई एडी वड्डी गल नहीं है। नदीम साहब अस्सलाम वालेकुम। वालेकुम सलाम। नदीम साहब अल्लाह व बरकातुल्लाह जी। मुफ्ती यार तुसी कदी WhatsApp ते मेरे नाल राबता नहीं कीता यार, की कर? मैं हजरत की कर दे, मैं ਤੁਹਾਨੂੰ ਆਪਣੀ ਬਕਾਇਦਾ ਪਿਕਚਰ ਵੀ ਕੱਲੀ ਹੈ ਮਾਸ਼ਾਅੱਲਾ। अच्छा फिर दोबारा राबता करो, मैं ਤੁਹਾਡਾ ਨਾਮ ਵੀ ਲਿਖਣ ਲੱਗਾ। ਲਿਖੋ ਸੁਣ ਜਨਾਬ, ਹਾਜ਼ਰ ਆ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਕਹਿ ਦਿੱਤਾ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਪੀਰ ਭਾਈਆਂ ਤੋਂ ਅੱਗੇ ਕੋਈ ਚੀਜ਼ ਹੁੰਦੀ ਹੈ ਫਿਰ? मुफ्ती साहब एक और अर्ज कर सा कि प्लीज जिस भी दोस्त को मुफ्ती साहब का थले नंबर है ना, जो नंबर एक करी हाईलाइट्स कर छोड़ो प्लीज। 0324 744 88 14 एक करी नंबर हाईलाइट्स कर छोड़ो। मुफ्ती साहब जस्ट गिव मी 1 मिनट। माजर दे नाल मुफ्ती साहब जेड़ा ऐलान कर देने ना पे
ਮੁਫਤੀ ਮੁਬਸ਼ਰ ਸ਼ਾਹ ਸਾਹਿਬ ਜਿਸ ਇਦਾਰੇ ਦਾ ਐਲਾਨ ਕਰਦੇ ਨੇ ਪਏ, ਠੀਕ ਹੈ, ਮਕਸਦ ਗੱਲ ਕਰਨ ਦਾ ਇਹ ਵੇ ਕਿ ਸਰਕਾਰ ਜਿਹੜੇ ਲੋਕੀ ਮਾਈਕ ਤੇ ਆ ਕੇ ਤੇ ਇਜ਼ਹਾਰ ਨਹੀਂ ਕਰ ਸਕਦੇ ਉਹ ਨੀਚੇ ਡਾਇਰੈਕਟ ਮੁਫਤੀ ਸਾਹਿਬ ਨਾਲ ਕੰਟੈਕਟ ਕਰਨ, ਠੀਕ ਹੈ, ਤੇ ਇਸ ਇਦਾਰੇ ਨੂੰ ਇਨਸ਼ਾਅੱਲਾ ਤਾਲਾ ਬਣਾਉਣਾ ਹੈ। ਤੇ ਮੈਂ ਮੁਫਤੀ ਸਾਹਿਬ ਦੀ ਬਰੋਡ ਦੇ ਉੱਤੇ ਐਲਾਨ ਕੀਤਾ ਸੀ ਕਿ ਨੈਕਸਟ 2-3 ਮਹੀਨੇ ਤੱਕ ਜਿੰਨੀ ਦੇਰ ਤੱਕ ਇਹ ਕੈਂਪੇਨ ਦੇ ਪੈਸੇ ਪੂਰੇ ਨਹੀਂ ਹੁੰਦੇ, ਠੀਕ ਹੈ, ਇਨਸ਼ਾਅੱਲਾ ਤਾਲਾ ਸ਼ਾਹਿਦ ਦੀ ਬਰੋਡ ਜਿਹੜੀ ਹੈ ਇਸ ਇਦਾਰੇ ਵਾਸਤੇ ਮੁਖਤਸਰ ਹੋਏਗੀ ਤੇ ਗਾਏ ਬਗਾਏ ਸਿਰਫ ਤੇ ਸਿਰਫ ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾਏਗੀ। ਦੁਨੀਆ ਦੇ ਵਿੱਚ ਐਸਾ ਕੋਈ ਕੰਮ ਨਹੀਂ ਹੈ ਜਿਹੜਾ ਕਿ ਇਨਸਾਨ ਨਾਮੁਮਕਿਨ ਹੈ। ਸ਼ਾਹ ਸਾਹਿਬ ਤੁਸੀਂ ਮੇਰੀ ਮਦਦ ਕਰਨੀ, ਮੈਨੂੰ ਨਾਲ ਲੈ ਕੇ ਤੁਰਨਾ, ਮੈਂ ਇਨਸ਼ਾਅੱਲਾ ਨਾਲ ਹਾਜ਼ਰ ਹਾਂ ਹਰ ਚੀਜ਼ ਦੇ ਵਿੱਚ। ਅੱਛਾ ਪਲੀਜ਼ ਯਾਦ ਨਾਲ ਤੁਸੀਂ ਮੇਰੇ ਨਾਲ WhatsApp ਤੇ ਵੀ ਹੋ, ਮੁਫਤੀ ਸਾਹਿਬ ਤੁਸੀਂ ਵੀ ਮੇਰੇ ਨਾਲ WhatsApp ਦੇ ਉੱਤੇ ਹੈਗੇ ਹੋ, ਮੈਂ ਤੁਹਾਨੂੰ ਰਜਬ ਦੇ ਚੰਦ ਦੀ ਮੁਬਾਰਕਬਾਦ ਭੇਜੀ ਹੈ ਤੁਹਾਨੂੰ। अच्छा बात मुफ्ती साहब बात ये है कि कतरे कतरे से दरिया बनता है, ठीक है, और ये हम इंशाल्लाह ताला आपके पीछे खड़े हैं कदम से कदम मिला के इंशाल्लाह। यार है ना ਇਹ ਕੰਪੇਨ ਸਾਡੀ ਚੱਲੇਗੀ ਰਜਬ ਸ਼ਬਾਨ ਤੇ ਰਮਜ਼ਾਨ ਦੇ ਆਖਰ ਤੱਕ ਇਹ ਕੰਪੇਨ ਚਲਾਣੀ ਹੈ ਅੱਲਾ ਦੇ ਹੁਕਮ ਨਾਲ, ਇੰਸ਼ਾਅੱਲਾ ਤਾਲਾ। ਇਹ ਇਦਾਰੇ ਦੀ ਕਮ ਸੇ ਕਮ ਜਗ੍ਹਾ ਜਿਹੜੀ ਹੈ ਨਾ ਉਹ ਅਸੀਂ ਲਵਾਂਗੇ, ਠੀਕ ਹੈ ਜੀ। ਮੁਫਤੀ ਸਾਹਿਬ ਤੁਸੀਂ ਮੇਰੇ ਨਾਲ WhatsApp ਦੇ ਉੱਤੇ ਹੈਗਾ, ਇਹੀ ਜਿਹੜਾ ਇਸ਼ਤਿਹਾਰ ਹੈ ਇਹ ਮੈਨੂੰ WhatsApp ਦੇ ਉੱਤੇ ਭੇਜ ਦਿਓ, ਮੈਨੂੰ ਅੱਗੇ ਫੈਲਾਵਾਂਗਾ ਇਨਸ਼ਾਅੱਲਾ। ਉਹ ਤੇ ਕਰਾਂਗਾ, ਤੁਸੀਂ ਮੈਸੇਜ ਕੋਈ ਕਰੋਗੇ ਬਾਬਾ ਜੀ ਫੇਰ ਹੀ ਹੈ ਨਾ ਜੀ। ਹੁਣ ਮੈਂ ਤੁਹਾਨੂੰ ਕੱਲ ਅਜੇ ਮੈਂ ਤੁਹਾਨੂੰ ਕੱਲ ਅਜੇ WhatsApp ਤੇ ਰਜਬ ਚੰਦ ਦੀ ਮੁਬਾਰਕਬਾਦ ਦਿੱਤੀ ਹੈ, ਭੇਜਿਆ ਮੈਂ ਤੁਹਾਨੂੰ। ਦੁਬਾਰਾ ਕਰੋ ਕੋਈ ਗੱਲ ਨਹੀਂ, ਫੇਰ ਕੀ ਹੋਇਆ। ठीक है मैं करता हूं इंशाल्लाह। शेयर कर दियो अंकल इकबाल साहब एक क्वेश्चन है आपसे। जी अदर साहब जी एश्योर जी मैंने कुछ पूछना था आपसे कि मे बी आप मेरी हेल्प कर सकते हैं। किसी ने मुझे बताया था कि जो है ना मेरे जो असरात हैं ऊपर ऐसे किसी ने तावीज़ जो जादू किया, मैंने पूछना था आपसे कि इसकी क्या मतलब कि अगर मैं आपको बताऊं कि मेरे साथ क्या हो रहा है तो आप ज़रा एक्सप्लेन कर सकते हैं कि ये वाकई में सही है या गलत है। बात करें आप, लेकिन मैं कोई आमिल नहीं हूँ, आप बात कर लें। जी नहीं मैंने सिर्फ पूछना था कि सिम्टम्स के। जी आप बात करें फिर मैं अर्ज करूं। जी मतलब कि काफ़ी मसले आ रहे हैं मेरी ज़िंदगी में। मेरी अच्छी खासी जॉब चली गई है, मतलब कि मुझे दोबारा एक सिटी से दूसरी सिटी मूव होना पड़ा। मेरे घर में अचानक आग लगी थी और जो है अपना वो इन्वेस्टिगेट करवाया तो उनको पता ही नहीं लगा कि आग किस तरीके से है। मेरे बेगम के बीच में झगड़े शुरू हो रहे हैं। फिर अब मुझे ना ऐसे रात को ऐसे फील होता है कि कोई मुझे उठाता है शेक करके ना, जैसे बाजू हिला के उठाता है। तो मैंने ना रुकिया भी चलाए तो थोड़ा सुकून आता है, नींद आ जाती है। पर मैं जब भी अजान सुनता हूँ या कुरान चलता है तो मेरे हाथ पैर शेक होना शुरू हो जाते हैं। तो मतलब कि आपको ज़्यादा नॉलेज है, आप दीन की तरफ ज़्यादा आगे बढ़े हुए हो, तो मैंने कहा आपसे पूछ लूँ मैं। अच्छा बात ये है कि ये कोई जादू वादू नहीं है, जो मेरी समझ में आ रहा है मैं वो अर्ज कर रहा हूँ। माइक थोड़ा सा म्यूट करें, मैं अर्ज कर। अच्छा वो ना आवाज डबल हो रही थी। अच्छा गुजारिश ये है कि ये कोई जादू शादू नहीं है, नमाज की पाबंदी करें, बस कुछ नहीं करना आपने। रिज़्क़े हलाल कमाना है और नमाज की पाबंदी, दो काम आपने करने हैं। बकाया टेंशन ना लें, कुछ भी नहीं है ये, ठीक है जी। और आग लग गई, हाथ पैर मुड़ दे, ये हो गया, बीमारियां आ गई, तकलीफ, कोई गल नहीं, फिर क्यों है। वो तो अल्लाह ने आपको पहले कहा हुआ है ना, वाला नबलु अन्नकुम अय्युकुम अहसनु अमला, हम तुम लोगों की आजमाइश करेंगे। और मोमनों को ये अल्लाह ने कहा है, मोमनों को कहा कि इस चीज से लापरवाह मत हो जाना कि हम अल्लाह वाले हैं, अल्लाह को मानने वाले हैं और हमें बस कुछ भी नहीं होना। नहीं, हम तुम्हारी आजमाइश करेंगे। जनाब मैं नमाज भी जब पढ़ता हूँ ना तो फिर देखेंगे कि पढ़ना शुरू करता हूँ कौन अच्छे अमल करते हैं।
जैसे नमाज में दिल नहीं लगता, नमाज पढ़ते हुए जो है ना मेरा ध्यान कहीं और कोई चला नहीं, जाता कोई है नहीं, और दिल दिल जाते लगेंगे, आप पढ़नी है, दिल लगे ना लगे, दिल लगे ना लगे, जी। नमाज पढ़नी है। तो आप जी नहीं, मतलब कि मैं पढ़ तो रहा हूँ पर उसमें यह है कि लाइक जैसे मैं पढ़ रहा होता हूँ और गंदे गंदे ख्याल, जैसे ही मैं नमाज के लिए खड़ा हूँ तो गंदे गंदे ख्याल आना शुरू हो जाते हैं जहन में। हाँ, फिर और तो आपके ऊपर बड़ा फजल है अल्लाह का, बड़ा फजल है अल्लाह का, बड़ा फजल। माइक म्यूट करें जरा, तो- वॉइस डबल हो रही है। हाँ, ख्यालात आए तो समझ ले अल्लाह का बड़ा ही फजल है, क्योंकि चोर उसी घर के अंदर डाका डालता है जहां पर उसको कोई खजाना मिलता है। जिस घर में खजाना ही नहीं तो चोर कहां पे आएगा जी? ये शैतान की तरफ से होता है, वो मुख्तलिफ वसाविस डालता है। तो वसाविस उसको ही डालता है जो अल्लाह वाला होता है, याद रखिएगा। तो ये तो बड़ा आप टेंशन ना लें, बिल्कुल नहीं, टेंशन नहीं लेनी। अल्लाहु अकबर, बड़ी बातें हैं, बड़ी समझ बातें गया। हैं, बड़ी बातें हैं। नहीं, मैं वैसे ना मैं पढ़ रहा था इसके बारे में ना, तो जो वो बता रहे थे ना कि इसके निशानियां क्या है, तो वो उसकी वजह से मैंने कहा मैं आपसे क्वेश्चन पूछूं। कोई जो निशानियां है नहीं जी, कोई निशानियां नहीं, कोई निशानी नहीं, टेंशन ना लें, मैं कह रहा हूं ना। निशानियां की क्या निशानियां होती हैं? कोई निशानियां नहीं। आप जादूगरों के पास जाएंगे, उन्होंने कहना है ये जादू हो गया है। वो सिर्फ दुकानदारियां खुली हुई हैं, उन्होंने अपना हिसाब किताब भी कोई लगाना होता है। तो वो ऐसा डराएंगे आपको, इतना डराएंगे कि ये हो गया, वो हो गया। वो छू मंत्र के पीछे उन्होंने लगा देना है कि कोई मंत्र शंत्र कराओ, हमें ये 10 दम करवाओ, हमारे पास आओ ते नाल पैसे भी थोड़े जला के आ जाए। एक की निशानी है ईमान के मजबूत होने की। हाँ, तो वो सूरह अल बकरा आयत 155 के अंदर वाला नबलुवन्नकुम बिशैइन मिनल खौफी वल जूई। यार ये माइक किसी का ओपन होता है यार, ना करो यार, असल च वॉइस डबल होंदी है, फिर तवज्जो ना इधर उधर टुट जाती है। अच्छा, तो अच्छा, मिनल खौफी वल जूई व नक्सिम मिनल अमवाली वल अनफुसी वन वस्समराती व बश्शिरिस साबिरीन। और अल्लाह क्या कहता है? हम और जरूर हम तुम्हें आजमाएंगे कुछ डर, यानी मिनल खौफी वल जूई, और भूख, व नक्सिन, नकस आएगा, मिनल अमवाली, तुम्हारे मालों के अंदर नक्स आएगा, हाँ मालों की कमी होगी, वल अनफुसिल, अनफुसी यानी जानें जो होती हैं, वो जान इंसानों की भी हो सकती है, तुम्हारे जानवरों की भी हो सकती है। अनफुसी के अंदर हर किस्म के नफूस आएंगे। वह समरात, ओहो, फलों के जरिए फलों की कमी आएगी। अच्छा, आगे अल्लाह ने जो बात की है ना, ये बड़ी मजे की है। वह बशिर साबिरीन, वो कह रहा है बिशारत दे दो सबर करने वालों को। सबर करना है, तुम्हें खौफ आएगा। अभी आपने देखें, आपको खौफ के जरिए आजमाया जा रहा है, आपको नक्शे अमवाल के जरिए आजमाया जा रहा है। तो ये आजमाइशें आ रही हैं, लेकिन सबर करना है बस। तो सबर करेंगे तो इन्नल्लाह मास साबिरीन, बेशक अल्लाह जो है सबर करने वालों के साथ। तो कोई टेंशन नहीं है, टेंशन नहीं लेते इतनी, बस नमाज पढ़े और रिज़्क़े हलाल कमाना है। शराब नहीं पीनी, ज़िनाकारी नहीं करनी, ऐसे ही लोगों की धी बहन के ऊपर नजर नहीं डालनी, इज्जत को इज्जत करें, एहतराम करें, बस अल्लाह से डरते रहें, इस्तिग़फ़ार करते रहें, दुरूद पाक की कसरत करें। कुछ भी नहीं होता खैर मेरे, फिर क्यों होना है? तो अगर तकलीफ आ जाए, ये सारे काम करने के बावजूद भी तकलीफें आए, तो फिर पता है क्या, जे मेरा सोना दुख विच राजी ते सुख नू मैं चुल्हे डावां। अगर मालकों को ये पसंद है कि मेरा बंदा जो है वो तकलीफों के अंदर रहे, तो ठीक है, फिर क्या हुआ? मरते नहीं जावांगे यार, जे मर भी गए तो फिर की होया?
ਬਸ ਰਾਜ਼ੀ ਰਵੋ ਨਾ ਉਹਦੀ ਰਜ਼ਾ ਦੇ ਵਿੱਚ, ਮਾਲਕਾਂ ਦੀ ਰਜ਼ਾ 'ਚ ਰਾਜ਼ੀ ਰਵੋ। ਅਸ਼ਰ ਸਾਹਿਬ ਕੋਈ ਗੱਲ ਸਮਝ ਆਈ ਹੈ ਕਿ ਨਹੀਂ ਆਈ ਆਪ ਨੂੰ? आपने बोला ईमान अपना और पक्का करो, क्योंकि करो ये नहीं हो रहा है और पक्का हो रहा है, टेंशन नहीं लेनी। जी समझ गया। बहुत बहुत शुक्रिया जनाब आपका, आपने बहुत अच्छी बात की, मुझे बहुत खुशी हुई। मैं बस ऐसे ही बहुत परेशान था, तो इसलिए मैंने कहा कि मैं आपको सुन रहा था, आप दीनी बातें कर रहे हैं, तो मैंने कहा हाँ, मैं परेशान वो देखा ना, मिनल खौफ, खौफ के जरिए जमाया जा रहा है, परेशानी आ गई ना, तो ये जी जमाइश है, ये अल्लाह की तरफ से। अच्छा एक है ना, बाबा जी से किसी ने पूछा कि बाबा जी हमें कैसे पता चलेगा कि अगर कोई तकलीफ आई है, दुख बीमारी परेशानी टेंशन आई है, तो ये अल्लाह की तरफ से आजमाइश है या अल्लाह की तरफ से सजा है? क्योंकि काफरों को तो सजाएं मिलती हैं और अल्लाह वालों के लिए आजमाइश होती है, तो ये कैसे पता चलेगा? बाबा जी ने कहा कि अगर वो उस तकलीफ के आने के बाद मजीद अल्लाह की तरफ रजू लाए और इस्तिगफार करे और अल्लाह की तरफ मुतवज्जे हो जाए, तो समझना कि ये अल्लाह की तरफ से आजमाइश है। और अल्लाह से मजीद गाफिल हो जाए तो समझना ये फिर ये सजा है उसको। अब ये फैसला आपने खुद करना है कि इन हालात में आप अल्लाह से गाफिल होते हैं या अल्लाह की तरफ रजू लाते हैं। समझ गया आपकी बात, समझ गया जी, ठीक हो गया। बहुत बहुत शुक्रिया जनाब आपका, अभी मेरे बहुत दिल खुश हुआ आपकी बात सुनी। हमारी ब्रांडों के ऊपर आते जाते रहा करें अशर साहब। या बस काम और टाइमिंग का डिफरेंस है, मैं इधर अमेरिका में बैठा हुआ हूँ, आप पाकिस्तान में, मेरा ख्याल है, तो टाइमिंग का डिफरेंस है, फिर काम और ये वो चीज़ें होती हैं। पर बहुत बहुत खुशी भी आप लोगों से बात करके, दिल ठंडा हो गया कि मतलब कि मेरा ईमान पक्का हो रहा है। अल्हम्दुलिल्लाह अल्हम्दुलिल्लाह, जज़ाकल्लाह। बहरहाल ये मेरा टॉपिक नहीं था, मैं वैसे तो डिबेटर हूँ, डिबेट करते हैं हम कादियानियों से, तो ये रूहानियत से या तसव्वुफ से ये चीज़ें ताल्लुक़ रखती हैं, तो ये वैसे ओपनली मैं ये बातें नहीं करता, और ना ही ये असल में लोगों को समझ आती हैं। वो कहते हैं ना कि खासा दी गल आमा अगे करनी नहीं मुनासब, ते मिठी खीर पका मुहम्मद ते कुत्तियां अगे धरनी। इनके हाजमे कमज़ोर हैं आवाम के, तो हैवी डोज जब इनको दी जाएगी, इनको समझ आनी को नहीं है, इन्होंने उल्टी कर देनी। समझ गया। इनके जो मैदे हैं इतने मुतहम्मल नहीं है इन चीज़ों के, तो वो जब चीज़ समझ नहीं आएगी वो उल्टी कर देंगे। बेशक बेशक। तो ये मामला है। ਮੁਫਤੀ ਸਾਹਿਬ ਦਾ ਜਿਹੜਾ ਨੰਬਰ ਹੈ ਤੁਹਾਡਾ WhatsApp ਦਾ, ਇਹਦੇ ਦੇ ਕੰਟਰੀ ਕੋਡ ਲਾਣਾ ਕੋਈ ਪਹਿਲੇ ਤੁਹਾਡਾ? हाँ जी, पाकिस्तान ਦਾ ਜੀ ਕੀ ਹੋ ਗਿਆ ਬਾਬਾ ਮੇਰਾ? ਨਹੀਂ ਨਹੀਂ, ਮੈਨੂੰ ਉਲਟਾ ਸਿੱਧਾ ਹੋਇਆ ਨਾ, ਜਿਹੜਾ ਮੇਰੇ ਕੋਲ ਅੱਗੇ ਵਾਲਾ ਆ ਗਿਆ ਉਲਟਾ ਉਹ ਸਿੱਧਾ ਮੈਨੂੰ ਕੀ 0092 ਲਾਓ ਪਿੱਛੇ। ਠੀਕ ਹੈ ਸਰ, ਪਹੁੰਚ ਗਿਆ ਹੁਣੀ ਇਨਸ਼ਾਅੱਲਾ। ਓਕੇ ਹਾਂ, ਤੇ ਠੀਕ ਹੈ, ਯਾਰ ਬਸ ਐਨੇ ਇਹ ਸਾਰੇ ਪੁੱਛਿਆ ਸੀ। ਪੋਸਟਰ ਨਜ਼ਰ ਆ ਰਹੇ ਹੈ। ਇਹ ਚਾਚਾ ਜੀ ਆਪਣੀ ਜ਼ੁਬਾਨ ਨਾਲ ਕਹੋ ਨਾ ਇਹਨਾਂ ਨੂੰ, ਬਜ਼ੁਰਗਾਂ ਦੀ ਜ਼ੁਬਾਨ 'ਚ ਬਰਕਤ ਹੁੰਦੀ ਏ, ਇਹਨਾਂ ਨੂੰ ਕਹੋ ਯਾਰ ਸਾਰੇ ਰਲ ਕੇ ਜ਼ਰਾ ਇਹ ਕੰਮ ਤੇ ਕਰੋ ਯਾਰ। मेरे प्यारे दोस्तों, सारे इस ब्रॉड को देखने वाले 50 जो हैं और जो ब्रॉड के ऊपर हैं, सब मिलकर मेहरबानी फरमाकर मुफ्ती सैयद मुबशर रज़ा कादरी साहब ने ये जो अनाउंसमेंट की है, ये जो इश्तिहार लगाया है, इसको फॉलो करो और इनके साथ रब्ता करो व्हाट्सएप के ऊपर। समझे नहीं? पूरा नंबर ये है 00923247448814। प्लीज़ इनके साथ रब्ता करो और इनका जो तरीक़ेकार है, ये जो इरादा है एक बड़ा अच्छा सेंटर कायम करने का इनके साथ तावन करो हर तरीके के साथ। और मैं भी आप लोगों के साथ आगे प्यार मोहब्बत से रिक्वेस्ट कर रहा हूँ, शाह साहब की ब्रॉड के ऊपर बैठा। मेरा नाम मोहम्मद इकबाल खां है, जर्मनी से, म्यूनिख शहर से। लिहाजा मैं भी यहाँ पर 51 ईयर्स से यहाँ पर मुकीम हूँ और मैं इंशाल्लाह कोशिश करूँगा कि व्हाट्सएप के ऊपर इनका ये नंबर फैलाऊँ, इनका ये इश्तिहार ज़्यादा आगे से आगे रवाना करूँ और इसको नई शेयर करूँ। और लिहाजा मैं
اس میں بڑھ چڑھ کر انشاءاللہ اپنا حصہ اللہ پورا پارٹیسپیٹ کروں گا، اور آپ سے بھی یہی میری ریکویسٹ ہے، مہربانی کر کے جناب پنجابی کہندے نے راہ پیا جانے تو واہ پیا جانے، آ جاؤ سونے ہو، راہ بھی چلو تو واہ بھی پاؤ ساڈے نال، آ جاؤ۔ واہ واہ میں اترتا ہوں سے لائف سے، تاکہ میرے خیال سے کوئی ایک دو لوگ ہیں جن کے پاس کوشچنز ہیں آپ کے لیے، تو میں لائف سے اتروں تاکہ ان کو موقع ملے بات کرنے کا۔ بالکل ٹھیک، بالکل جی ٹھیک، شکریہ آپ سب بھائیوں کا، بہت بہت شکریہ، جزاک جزاک اللہ۔ اللہ، جزاک اللہ۔ شاہد صاحب میں بھی تھوڑی دیر بعد تھلے جا رہا ہے، پھر آنا دوبارہ۔ اوکے، اللہ حافظ۔ جی بہتر ہو گیا جناب، بہتر ہو گیا۔ ہاں جی شاہد بھائی، کی حالات و واقعات نے؟ جی مفتی صاحب میں سننا جی پہ سرکار تھانوں اچھا، یوسفی بھائی آئے جی، یوسفی بھائی نے کوئی نہیں گل کی۔ یوسفی بھائی تے سہیب بھائی تے السلام علیکم۔ جی وعلیکم السلام۔ اچھا مفتی صاحب، میں ایک روایت ہے، اگر میں رونگ نہیں ہوں تو ذرا میری اگر میں غلطی کر جاؤں تو پلیز میں فرمانا کہ حضرت علی کرم اللہ وجل کریم دے کولو کسی نے پوچھا سی آ کے کہ میں نماز پڑھنا تے دنیاوی خیالات بہت زیادہ آندے نے، تے آپ اللہ تعالیٰ نے فرمایا سی کہ دا مطلب ہے کہ تو اس مقام تے پہنچ گیا کہ شیطان تیرے ایمان تے ڈاکہ مارنے دی کوشش کرے۔ ہاں اچھا، میرے علم چ نہیں، بہرحال اگر ایسی کوئی روایت ہے تو بڑی کمال دی روایت ہے۔ ہاں جی، اور پھر ایک اور بزرگاں دے بارے چ انہوں نے کسی نے آ کے کسی نے کہا کہ سرکار میں جب نماز پڑھنا وا نا تے کوئی مطلب جسمانی یا اپنی ذاتی سکون ایسا محسوس نہیں ہوتا، لیکن خوف خدا ہوتا ہے کہ میں اللہ دے ڈر تو نہ میں پھر نماز پڑھ لینا، لیکن اس طرح دی راحت سکون نہیں ہے۔ تو بزرگاں نے فرمایا کہ آپ بات ہے، دا مطلب ہے تو اپنے جسم نو یا اپنی ذات نو سکون واسطے نہیں، اللہ دے ڈر خوف تو پڑھنا ہے، دا مطلب ہے اللہ تعالیٰ نے فرمایا میرے کو ڈرو، تو اللہ کو ڈر کے نماز پڑھنا ہے۔ بہترین ہو گیا، بہترین ہو گیا، واہ واہ تے ساڈا اسلام تے بڑا آسان ہے، بڑا واہ 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 واہ، بلے بلے سجن، بلے ہی بلے۔ اے نا میرے سامنے کتاب پئی ہے اربعین نووی، تے اودے چ انج دی کوئی چیز ایک لکھی ہے، میں سنانا وا۔ اے حدیث ہے، پہلی حدیث ہی انہوں نے اے دتی ہے کہ انما الاعمال بالنیات وانما لکل امرئ ما نوى فمن كانت ہجرته الى الله ورسوله فهجرته الى الله ورسوله ومن كانت هجرته لدنيا يصيبها او امرأة ينكحها فهجرته الى ما هاجر اليه او كما قال علیہ السلام۔ حضور علیہ الصلوۃ والسلام نے ارشاد فرمایا کہ بے شک اعمال کا دار و مدار نیتوں کے اوپر ہے، اور ہر شخص کو وہی ملتا ہے جس کی وہ نیت کرتا ہے۔ اگر کوئی ہجرت کرتا ہے اللہ اور اس کے رسول کے لیے، ایک ملک کو چھوڑ کے دوسرے ملک میں جاتا ہے اللہ اور اس کے رسول کے لیے، تو فرمایا کہ وہ اس کا پھر ملک چھوڑ کے جانا اللہ اور اس کے رسول کے لیے ہی ہے۔ وہ پاکستان میں رہتا تھا، اس کو ایک مسجد پاس بن رہی تھی، تو اس کے پاس پیسہ نہیں تھا، اس کا دل کرتا تھا یہ میں مسجد میں بنواؤں۔ وہ ملک چھوڑ کے دوسرے ملک میں چلا گیا، میں کمائی کروں گا، پیسہ بناؤں گا، اور یہ میں نے مسجد بنوانی ہے۔ وہ اللہ رسول کے لیے گیا ہے، کہا کہ اس کی یہ ہجرت جو ہے نا اللہ اور اس کے رسول کے لیے ہی ہے۔ فمن کانت ہجرتہ لدنیا یصیبها، اگر وہ فقط اللہ رسول کے لیے پیسہ کمانے کے لیے نہیں گیا، بلکہ یہ وائلیشن آ گئی ہے